ਸਾਰਿਆਂ ਨੂੰ। ਤੁਸੀਂ ਮੈਨੂੰ ਅੱਜ ਤੱਕ ਹਮੇਸ਼ਾ ਫਿਲਮਾਂ 'ਚ ਕਿਸੇ ਨਾ ਕਿਸੇ ਕਿਰਦਾਰ 'ਚ ਵੇਖਿਆ, ਪਰ ਹੁਣ ਇਸ ਸ਼ੋਅ 'ਚ ਨਾ ਹੀ ਕੋਈ ਕਿਰਦਾਰ ਹੋਏਗਾ ਤੇ ਨਾ ਹੀ ਕੋਈ ਸਕ੍ਰਿਪਟ। ਜੋ ਮੈਂ ਹਾਂ ਉਹੀ ਤੁਹਾਡੇ ਅੱਗੇ ਹੋਵਾਂਗੀ ਤੇ ਇਸ ਸ਼ੋਅ 'ਚ ਹੋਣਗੀਆਂ ਬਸ ਦਿਲ ਦੀਆਂ ਗੱਲਾਂ। ਦਿਲ ਦੀਆਂ ਗੱਲਾਂ ਦਿਲ 'ਚ ਰਹਿ ਜਾਣੀਆਂ, ਦਿਲ ਤੋਂ ਜ਼ੁਬਾਨ ਤੱਕ ਲੈ ਆਵਾਂਗੇ। ਤੇ ਤੁਹਾਡੇ ਫੇਵਰੇਟ ਸਟਾਰਸ ਨਾਲ ਪੈਣਗੇ ਹਾਸੇ ਤੇ ਹਮੇਸ਼ਾ ਹਿੱਕ ਦੇ ਜ਼ੋਰ ਤੇ ਗਾਉਣ ਵਾਲਿਆਂ ਦੀਆਂ ਅੱਖਾਂ ਵੀ ਨਮ ਹੋਣਗੀਆਂ। ਲੈ ਆਵਾਂਗੇ ਕਰਾਵਾਂਗੀ ਕੁਝ ਕਨਫੈਸ਼ਨਸ ਤੇ ਕੁਝ ਡੇਅਰ ਵੀ। ਹੋਣਗੀਆਂ ਐਸੀਆਂ ਗੱਲਾਂ ਜਿਨ੍ਹਾਂ ਦਾ ਜ਼ਿਕਰ ਤਾਂ ਕਿਸੇ ਨੇ ਖੁਦ ਨਾਲ ਵੀ ਨਹੀਂ ਕੀਤਾ। ਕੀ ਪਾ ਲਿਆ ਤੇ ਕਿਹੜੀਆਂ ਗੱਲਾਂ ਦਿਲ 'ਚ ਬਾਕੀਆਂ, ਇਸ ਸ਼ੋਅ 'ਚ ਸਭ ਇਜ਼ਹਾਰ ਹੋਏਗਾ। ਸੋ ਚਲੋ ਸ਼ੁਰੂ ਕਰਦੇ ਹਾਂ ਦਿਲ ਦੀਆਂ ਗੱਲਾਂ ਵਿੱਚ ਸੋਨਮ ਬਾਜਵਾ। ਦਿਲ ਦੀਆਂ ਗੱਲਾਂ ਦਿਲ 'ਚ ਰਹਿ ਜਾਣੀਆਂ, ਦਿਲ ਤੋਂ ਜ਼ੁਬਾਨ ਤੱਕ ਲੈ ਆਵਾਂਗੇ। ਦਿਲ ਦੀਆਂ ਵੈਲਕਮ ਟੂ ਮਾਈ ਸ਼ੋ ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ। ਮੋਸਟਲੀ ਆਰਟਿਸਟ ਰੀਜਨਲ ਇੰਡਸਟਰੀ 'ਚ ਆਪਣਾ ਕਰੀਅਰ ਬਣਾ ਕੇ ਫਿਰ ਬਾਲੀਵੁੱਡ ਜਾਂਦੇ ਨੇ, ਪਰ ਸਾਡੇ ਅੱਜ ਦੇ ਗੈਸਟ ਬਾਲੀਵੁੱਡ 'ਚ ਆਪਣਾ ਕਰੀਅਰ ਬਣਾ ਕੇ ਦੁਬਾਰਾ ਪੰਜਾਬ ਲਈ ਪੰਜਾਬੀ ਫਿਲਮਾਂ 'ਚ ਵਾਪਸ ਆਏ। ਇੱਕ ਐਸਾ ਪੰਜਾਬੀ ਸ਼ੇਰ ਆਰਟਿਸਟ ਜਿਹਨੂੰ ਗਾਉਣਾ ਨਹੀਂ ਆਉਂਦਾ ਪਰ ਫਿਰ ਵੀ ਉਹਨਾਂ ਦਾ ਕੰਮ ਪੂਰੇ ਸੁਰ 'ਚ ਆ। ਪਲੀਜ਼ ਵੈਲਕਮ ਨਨ ਅਦਰ ਦੈਨ ਜਿਮੀ ਸ਼ੇਰਗਿੱਲ। ਸਾਨੂੰ ਜਿਹੜਾ ਰੁਕ ਟੁਕ ਰੱਖ ਦਾਂਗੇ ਉਹਨੂੰ ਤੋਗੇ ਅਸੀਂ ਜਿੱਥੇ ਜਾਵਾਂਗੇ। ਜਿਮੀ ਬਹੁਤ ਸਵਾਗਤ ਹੈ ਤੁਹਾਡਾ ਦਿਲ ਦੀਆਂ ਗੱਲਾਂ 'ਚ। ਪਲੀਜ਼ ਹੈਵ ਅ ਸੀਟ, ਕਿਉਂਕਿ ਮੈਂ ਅੱਜ ਬਹੁਤ ਸਾਰੀ ਮੇਰੇ ਕੋਲ ਆਪਣੀ ਇੱਕ ਬਹੁਤ ਲੰਬੀ ਲਿਸਟ ਹੈ ਜਿਹੜੀ ਮੈਂ ਤੁਹਾਡੇ ਤੋਂ ਪੁੱਛਣੀ ਆ। ਬਸ ਫਸਟ ਟੈਲ ਮੀ ਹਾਊ ਆਰ ਯੂ ਡੂਇੰਗ? ਆਈ ਐਮ ਗ੍ਰੇਟ, ਥੈਂਕ ਯੂ ਜੀ, ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਜਿਮੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਸਜੀਤ ਤੋਂ ਜਿਮੀ ਦਾ ਸਫ਼ਰ ਜੇ ਥੋੜੇ ਸ਼ਬਦਾਂ 'ਚ ਦੱਸਣਾ ਹੋਵੇ, ਬਿਆਨ ਕਰਨਾ ਹੋਵੇ ਤਾਂ ਕਿੱਦਾਂ ਕਰੋਗੇ? ਪ੍ਰੋਪਰ ਨਾਂ ਹੈ ਜੀ ਜਸਜੀਤ ਸਿੰਘ ਸ਼ੇਰਗਿੱਲ। ਅਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਜਿਮੀ ਸਾਡੇ ਇੱਥੇ ਪੰਜਾਬੀਆਂ ਦੇ ਵਿੱਚ ਤਾਂ ਹੁੰਦਾ ਹੀ ਹੈ ਬੌਬੀ, ਜਿਮੀ, ਹੋਰ ਕਿੰਨੇ ਨਾਮ ਹੁੰਦੇ ਨੇ ਤੁਹਾਨੂੰ ਆਪ ਨੂੰ ਪਤਾ ਹੈ। ਪਰ ਉਸ ਹਿਸਾਬ ਨਾਲ ਮੈਨੂੰ ਜਿਮੀ ਬੁਲਾਉਣ ਲੱਗ ਪਏ ਸੀ। ਪਰ ਇੰਡਸਟਰੀ ਦੇ ਵਿੱਚ ਇਹ ਹੋਇਆ ਸੀ ਵੀ ਜਦੋਂ ਮੈਂ ਮਾਚਿਸ ਕੀਤੀ ਸੀ, ਮੇਰੀ ਪਹਿਲੀ ਫਿਲਮ ਮਾਚਿਸ, ਉਹਦੇ ਵਿੱਚ ਜੇ ਅੱਜ ਵੀ ਕ੍ਰੈਡਿਟਸ 'ਤੇ ਤੁਸੀਂ ਦੇਖੋਗੇ ਤਾਂ ਮੇਰਾ ਨਾਂ ਜਸਜੀਤ ਸਿੰਘ ਸ਼ੇਰਗਿੱਲ ਸੀਗਾ। ਹਾਂ, ਜੇ ਮੈਂ ਗੱਲ ਕਰਾਂ ਵੀ ਮਾਚਿਸ ਰਿਲੀਜ਼ ਹੋਣ ਤੋਂ ਪਹਿਲਾਂ ਤਾਂ ਫਿਰ ਐਂ ਆਉਂਦਾ ਸੀਗਾ ਵੀ ਸੋ ਐਂਡ ਸੋ ਔਰ ਏਕ ਅਤਿਥੀ। ਹਾਂ ਸੋ ਅਤੇ ਮੈਂ ਖੜ੍ਹਾ ਹੁੰਦਾ ਸੀ ਕਿਤੇ ਖੂੰਜੇ 'ਚ। ਫਿਰ ਫਾਈਨਲੀ ਜਦੋਂ ਮੁਹੱਬਤੇ ਰਿਲੀਜ਼ ਹੋਣ ਵਾਲੀ ਸੀਗੀ ਉਦੋਂ ਆਦਿਤਿਆ ਚੋਪੜਾ ਜਿਹੜੇ ਡਾਇਰੈਕਟਰ ਸੀਗੇ ਸਾਡੇ, ਉਹਨਾਂ ਨੇ ਮੈਨੂੰ ਬੁਲਾਇਆ ਅਤੇ ਉਹਨਾਂ ਨੇ ਕਿਹਾ ਵੀ ਯਾਰ ਹੁਣ ਤੂੰ ਕੀ ਚਾਹੁੰਦਾ ਹੈ ਵੀ ਅਸੀਂ ਕੀ ਲਿਖੀਏ। ਮੈਂ ਕਿਹਾ ਜੀ ਮੈਂ ਤਾਂ ਕਨਫਿਊਜ਼ ਹਾਂ, ਮੇਰੀ ਤਾਂ ਪਹਿਲੀ ਦੂਜੀ ਫਿਲਮ ਹੈ ਹੁਣ ਇਹ। ਅਤੇ ਮਾਚਿਸ ਦੇ ਵਿੱਚ ਜਸਜੀਤ ਸ਼ੇਰਗਿੱਲ ਨਾਂ ਲਿਖਿਆ ਸੀਗਾ ਗੁਲਜ਼ਾਰ ਸਾਹਿਬ ਨੇ। ਅਤੇ ਹੁਣ ਤੁਸੀਂ ਦੱਸੋ। ਉਹ ਕਹਿੰਦਾ ਯਾਰ ਬਹੁਤ ਜ਼ਿਆਦਾ ਕਨਫਿਊਜ਼ਨ ਹੈਗੀ ਹੈ ਟ੍ਰੇਡ ਦੇ ਵਿੱਚ, ਹਰ ਬੰਦਾ ਲਿਖ ਰਿਹਾ ਜਿਮੀ ਸ਼ੇਰਗਿੱਲ ਜਿਮੀ ਸ਼ੇਰਗਿੱਲ ਜਿਮੀ ਸ਼ੇਰਗਿੱਲ, ਅਤੇ ਹੁਣ ਤੂੰ ਵਾਪਸ ਦੁਬਾਰਾ ਤੋਂ ਜਸਜੀਤ ਸ਼ੇਰਗਿੱਲ ਲਿਖੇਗਾ। ਇਸ ਤੋਂ ਬੈਟਰ ਹੈ ਵੀ ਤੂੰ ਜਿਮੀ ਸ਼ੇਰਗਿੱਲ ਹੀ ਲਿਖ। ਬਸ ਉਸ ਹਿਸਾਬ ਨਾਲ ਇਹ ਜਿਹੜਾ ਹੈਗਾ ਨਾਂ ਜਿਹੜਾ ਹੈਗਾ ਮੈਨੂੰ ਮਿਲ ਗਿਆ ਫਿਲਮਾਂ ਦੇ ਵਿੱਚ, ਜਿਮੀ ਸ਼ੇਰਗਿੱਲ। ਜਿਮੀ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਓਬਵੀਅਸਲੀ ਤੁਹਾਡੀ ਅਪਬ੍ਰਿੰਗਿੰਗ ਇੱਥੇ ਹੋਈ। ਉਸ ਤੋਂ ਬਾਅਦ ਇੰਨੇ ਵੱਡੇ ਸ਼ਹਿਰ 'ਚ ਜਾ ਕੇ ਸਭ ਤੋਂ ਪਹਿਲਾਂ ਉੱਥੇ ਕੰਮ ਸ਼ੁਰੂ ਕਰਨਾ, ਔਰ ਉਹ ਵੀ ਅਮੰਗ ਦ ਬਿਗੇਸਟ ਆਫ ਪੀਪਲ ਜਿਨ੍ਹਾਂ ਦਾ ਇੰਨਾ ਨਾਮ ਆ, ਬਿਗ ਪ੍ਰੋਡਕਸ਼ਨ ਹਾਊਸਿਸ, the biggest director at that time, and then ਯਸ਼ਰਾਜ ਬ੍ਰੇਕ। ਇਹ ਤਾਂ ਕਦੇ ਕੁਛ ਡਿਫਿਕਲਟੀ ਮਹਿਸੂਸ ਹੋਈ ਇੰਨੇ ਵੱਡੇ ਸੈਟਅਪ 'ਚ ਜਾ ਕੇ ਲੋਕਾਂ ਨਾਲ ਕੰਮ ਕਰਨਾ, ਉਹਨਾਂ ਦੇ ਵਿੱਚ ਰਹਿਣਾ? ਨਹੀਂ, ਆਈ ਡੋਂਟ ਥਿੰਕ ਇਟ ਹੈਪਨਡ ਓਵਰਨਾਈਟ। ਆਈ ਥਿੰਕ ਹੋਇਆ ਕੀ ਸੀਗਾ ਕਿ ਮੈਂ ਪਟਿਆਲੇ ਪੜ੍ਹਦਾ ਸੀਗਾ। ਹਾਂਜੀ। ਪਹਿਲਾਂ ਨਾਭੇ ਮੈਂ ਸਕੂਲਿੰਗ ਕੀਤੀ ਆਪਦੀ। ਹਾਂ। ਅਤੇ ਪਾਸ ਆਊਟ ਹੋ ਕੇ ਫਿਰ ਪਟਿਆਲੇ 'ਚ ਮੈਂ ਚੰਡੀਗੜ੍ਹ ਐਂਡ ਪਟਿਆਲਾ ਮੈਨੂੰ ਲੱਗਦਾ 3 ਕੁ ਸਾਲ ਮੈਂ ਲਾਏ ਆਪਦੇ ਕਾਲਜ 'ਚ, ਯੂਨੀਵਰਸਿਟੀ 'ਚ। ਅਤੇ ਫਿਰ ਉਸ ਤੋਂ ਬਾਅਦ ਮੈਂ ਦਿੱਲੀ ਗਿਆ। ਪਟਿਆਲੇ 'ਚ ਤਾਂ ਦਿੱਲੀ 'ਚ ਫਿਰ ਵੀ ਮਤਲਬ ਬਹੁਤ ਫਰਕ ਆ। ਦਿੱਲੀ ਮੈਂ ਬੜੇ ਗੇੜੇ ਲਾਉਂਦਾ ਸੀ ਜੀ। ਮੈਂ ਪਟਿਆਲੇ ਤੋਂ ਸਾਨੂੰ ਮੈਨੂੰ ਲੱਗਦਾ ਨੋਰਮਲੀ ਉਦੋਂ, ਹੁਣ ਤਾਂ ਬਹੁਤ ਵੱਡੇ ਵੱਡੇ ਹਾਈਵੇਜ਼ ਹੈਗੇ ਨੇ, ਸਾਰਾ ਕੁਛ ਹੈਗਾ। ਉਦੋਂ ਤਾਂ ਸੜਕਾਂ ਬਹੁਤ ਮਾੜੀਆਂ ਹੁੰਦੀਆਂ ਸੀਗੀਆਂ, ਟੁੱਟੀਆਂ ਹੋਈਆਂ ਅਤੇ ਸਾਰਾ ਕੁਝ। ਫਿਰ ਵੀ ਅਸੀਂ 2-2.5 ਘੰਟਿਆਂ 'ਚ 3 ਘੰਟਿਆਂ 'ਚ ਅਸੀਂ ਗੱਡੀ ਲਾ ਦਿੰਦੇ ਸੀ ਦਿੱਲੀ। ਅੱਛਾ। ਅਤੇ ਉੱਥੇ ਜਾ ਕੇ ਆਪਣਾ ਉੱਥੇ ਪਾਰਟੀ ਸੀਨ ਬਹੁਤ ਤਗੜਾ ਸੀ ਜੀ। ਅਤੇ
ਉਦੋਂ ਅਸੀਂ ਵੀ ਯੰਗ ਸੀਗੇ ਤੇ ਇੰਜੋਏ ਕਰਦੇ ਸੀ ਅਸੀਂ, ਵਧੀਆ ਲੱਗਦਾ So ਸੀ you used to ਉੱਥੇ। love parties at that time. Party ਕਰਨਾ, wildest party ਤੁਸੀਂ ਕਿਹੜੀ ਕੀਤੀ ਆ? We are still, I always say that I'm still old school. I still believe in respect. I still believe all those things. So ਸਾਡੀ ਪਾਰਟੀਆਂ ਵੀ ਉਸ ਹਿਸਾਬ ਦੀਆਂ ਹੁੰਦੀਆਂ ਸੀਗੀਆਂ, ਬਹੁਤ ਸੋਚ ਸਮਝ ਕੇ ਪਾਰਟੀ ਕਰੀ ਦੀ ਹੁੰਦੀ ਸੀ। We were always very respectful towards our parents ਤੇ ਕਦੇ ਹਮੇਸ਼ਾ ਇਹ ਗੱਲ ਜ਼ਰੂਰ ਦਿਮਾਗ ਦੇ ਵਿੱਚ ਹੁੰਦੀ ਸੀ ਵੀ ਜੇ ਆ ਹੋ ਗਿਆ, ਜੇ ਕੁਝ ਗਲਤ ਹੋ ਗਿਆ ਤੇ ਮਦਰ ਫਾਦਰ ਦੇ ਸਾਹਮਣੇ, ਮੰਮੀ ਡੈਡੀ ਦੇ ਸਾਹਮਣੇ ਕੀ ਦੱਸਾਂਗੇ ਜਾ ਕੇ ਵੀ ਅਸੀਂ ਆਹ ਕਰ ਰਹੇ ਸੀ ਤੇ ਆਹ ਹੋ ਗਿਆ। ਇੰਨਾ ਕੁ ਤਾਂ ਹਮੇਸ਼ਾ ਦਿਮਾਗ 'ਚ ਹੁੰਦਾ ਸੀਗਾ। ਨਾਟ ਲਾਈਕ ਟੂਡੇ ਕਿ ਜਾਓ ਕੁਝ ਵੀ ਕਰੋ ਤੇ ਨਾਟ ਥਿੰਕਿੰਗ ਅਬਾਊਟ ਯੋਰ ਪੇਰੈਂਟਸ। ਸੋ ਦਿੱਲੀ ਤੁਸੀਂ ਪਾਰਟੀਜ਼ ਕੀਤੀ, ਬਟ ਓਬਵੀਅਸਲੀ ਵੈਰੀ ਪੰਕਚੁਅਲ ਵਿਦ ਟਾਈਮਿੰਗਸ, ਡਿਡਨਟ ਡੂ ਐਨੀਥਿੰਗ ਕ੍ਰੇਜ਼ੀ। ਫਿਰ ਦਿੱਲੀ ਤੋਂ ਬੰਬੇ ਦਾ ਸਫ਼ਰ, ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਜਿਹੜੀ ਹੁੰਦੀ ਹੈ ਜੀ, ਉਹ ਬੰਬੇ ਜਾ ਕੇ ਆਈ, ਕਿਉਂਕਿ ਕੋਈ ਨਹੀਂ ਸੀਗਾ ਉੱਥੇ, ਕਿਸੇ ਨੂੰ ਜਾਣਦੇ ਨਹੀਂ ਸੀਗੇ, ਕੁਝ ਨਹੀਂ ਹੈ। ਉਹ ਇੱਕ ਟਾਈਪ ਦੀ ਫੀਲਿੰਗ ਜਿਹੜੀ ਹੈਗੀ ਹੈ ਉਹ ਆਈ ਸੀ ਜਦੋਂ ਮੈਂ ਬੰਬੇ ਗਿਆ ਸੀ। ਤੇ ਡਿਸੀਜਨ ਕਿਵੇਂ ਲਿਆ ਕਿ ਐਕਟਿੰਗ ਵੱਲ ਜਾਣਾ ਆ? ਕਿਉਂਕਿ ਤੁਹਾਡੀ ਫੈਮਿਲੀ 'ਚ ਕੋਈ ਵੀ ਐਕਟਰ ਨਹੀਂ ਹੈਗਾ ਤੇ ਐਕਟਿੰਗ ਦੀ ਗੱਲ ਤਾਂ ਬਾਅਦ 'ਚ ਸੀਗੀ ਜੀ। ਪਹਿਲਾਂ ਤਾਂ ਉਹਨਾਂ ਨੂੰ ਐਂ ਸੀਗਾ ਵੀ ਤੂੰ ਬੰਬੇ ਜਾ ਰਹੇ ਹੈ, ਤੂੰ ਜੇ ਇਸ ਹਿਸਾਬ ਨਾਲ ਤੇਰਾ ਜਿਹੜਾ ਹੈਗਾ ਹਿਸਾਬ ਕਿਤਾਬ ਇੱਥੇ ਪੰਜਾਬ ਦੇ ਵਿੱਚ, ਉਸ ਹਿਸਾਬ ਨਾਲ ਤਾਂ ਤੂੰ 3-4 ਦਿਨਾਂ 'ਚ ਵਾਪਸ ਹੋਏਗਾ, ਕੋਈ ਗੱਲ ਨਹੀਂ, ਤੂੰ ਜਾਇਆ ਗੇੜਾ ਲਾਇਆ, ਕੋਈ ਗੱਲ ਨਹੀਂ, ਦੇਖਦੇ ਆ। ਮੈਨੂੰ ਪਹਿਲਾਂ ਤਾਂ ਐਂ ਸੀਗਾ ਵੀ ਇਹਨਾਂ ਨੇ ਮੈਨੂੰ ਕਿਹਾ ਹੈ ਵੀ 1 ਹਫ਼ਤੇ 'ਚ ਵਾਪਸ ਆ ਜਾਏ। ਹਫ਼ਤਾ ਤਾਂ ਮੈਂ ਨਹੀਂ ਜਾਊਂਗਾ, ਹੁਣ ਬਾਕੀ ਦੇਖੀ ਜਾਊਗੀ। ਫਿਰ 1 ਹਫ਼ਤਾ ਲੰਘ ਗਿਆ, 2 ਹਫ਼ਤੇ, ਫਿਰ 3 ਹਫ਼ਤੇ, ਉਹਨੇ ਚਿਰ 'ਚ ਫਿਰ ਮੈਂ ਦੂਜੇ ਹਫ਼ਤੇ ਮੈਨੂੰ ਐਂ ਹੋ ਗਿਆ ਸੀਗਾ ਵੀ ਹੁਣ ਤਾਂ ਵਾਪਸ ਜਾਣਾ ਪੈਣਾ, ਹੁਣ ਲੋਕੀ ਕੀ ਕਹਿਣਗੇ। ਆ ਗਿਆ ਵਾਪਸ, ਹੌਲੀ ਹੌਲੀ ਫਿਰ ਸੈੱਟ ਹੋ ਗਿਆ ਕੰਮ ਉੱਥੇ। ਜਿਮੀ, ਆਈ ਥਿੰਕ ਸਾਨੂੰ ਆਪਣੇ ਸ਼ੋਅ ਦਾ ਫਰਸਟ ਰਾਊਂਡ ਸ਼ੁਰੂ ਕਰਨਾ ਚਾਹੀਦਾ ਤੇ ਉਹ 'ਚ ਤੁਹਾਨੂੰ ਜੋ ਮੈਂ ਪੁੱਛੂੰਗੀ ਤੁਹਾਨੂੰ ਦੱਸਣਾ ਪੈਣਾ ਆ। ਸੋ ਵਿਲ ਸਟਾਰਟ ਆਰ ਫਰਸਟ ਰਾਊਂਡ, ਖੋਲ ਦਿਲ ਦੀ ਪੋਲ। ਯੂ ਹੈਵ ਟੂ ਕਨਫੈਸ ਅ ਫਿਊ ਥਿੰਗਸ ਤੇ ਜੇ ਤੁਸੀਂ ਚੂਜ਼ ਕਰਦੇ ਹੋ ਕਿ ਤੁਸੀਂ ਕਨਫੈਸ ਨਹੀਂ ਕਰਨਾ ਤੇ ਫਿਰ ਤੁਹਾਡੀ ਮਹਿਮਾਨ ਨਵਾਜ਼ੀ ਮੈਨੂੰ ਥੋੜੀ ਜਿਹੀ ਕਰਨੀ ਪਊਗੀ, ਉਹਦੇ ਲਈ ਮੈਂ ਕੁਝ ਮੰਗਾਉਣਾ ਚਾਹੁੰਦੀ ਹਾਂ। ਫਲੋਰ ਟੀਮ ਪਲੀਜ਼ ਆ ਜਾਏ। ਇਹ ਕੀ ਹੈਗਾ ਜੀ? It's a mixture of karela, neem, avla, and every bitter thing that you can think of. Oa. So do you like all this? I'm sure nahi. I haven't tried it. Muh kauda nahi karna chahoge, right? Let's see. Depends. Depends ਕਿਹੋ ਜਿਹੇ ਸਵਾਲ ਕਿ ਮੈਂ ਕਿੱਦਾਂ ਪੁੱਛਦੀ ਹਾਂ। ਸੋ ਪਹਿਲਾ ਕਨਫੈਸ਼ਨ ਜਿਮੀ, ਕਨਫੈਸ ਕਰੋ ਕੋਈ ਐਸਾ ਰੋਲ ਜਿਹੜਾ ਤੁਸੀਂ ਪਹਿਲਾਂ ਰਿਜੈਕਟ ਕੀਤਾ ਤੇ ਫਿਰ ਬਾਅਦ 'ਚ ਰਿਗਰੈਟ ਕੀਤਾ। ਨਹੀਂ, ਇਹੋ ਜਿਹਾ ਕੋਈ ਰੋਲ ਮੈਨੂੰ ਯਾਦ ਹੈ। ਮੈਂ ਮੋਸਟਲੀ ਕੋਈ ਵਧੀਆ ਰੋਲ ਰਿਜੈਕਟ ਨਹੀਂ ਕਰਦਾ ਕਦੇ ਵੀ। ਅੱਛਾ, ਇਹ ਮੇਰੀ ਇੱਕ ਖਾਸੀਅਤ ਰਹੀ ਹੈ ਹਮੇਸ਼ਾ। ਮੈਨੂੰ ਕੋਈ ਫਿਲਮ, ਕੋਈ ਨਵਾਂ ਡਾਇਰੈਕਟਰ ਹੋਏ, ਕੋਈ ਵੀ ਕੁਛ ਇਹੋ ਜਿਹਾ ਹੋਏ ਕਹਾਣੀ ਦੇ ਵਿੱਚ ਜਿਹੜਾ ਮੈਨੂੰ ਕਿਤੇ ਨਾ ਕਿਤੇ ਡਿਫਰੈਂਟ ਲੱਗਦਾ ਹੋਏ, ਇਸ ਕਰਕੇ ਮੈਂ ਇੰਨੇ ਬੰਦਿਆਂ ਨਾਲ ਤਿਗਮਾਂਸ਼ੂ ਧੂਲੀਆ ਤੋਂ ਲੈ ਕੇ ਆਨੰਦ ਰਾਏ, ਨੀਰਜ ਪਾਂਡੇ, ਸਾਰਿਆਂ ਦੀਆਂ ਜਿਹੜੀਆਂ ਪਹਿਲੀਆਂ ਫਿਲਮਾਂ ਸੀਗੀਆਂ ਉਹ ਮੈਂ ਕੀਤੀਆਂ ਸੀ। ਓਕੇ, ਕਨਫੈਸ ਕਰੋ ਕਿ ਪਹਿਲੀ ਵਾਰ ਦਿਲ ਕਦੋਂ ਤੇ ਕਿਵੇਂ ਟੁੱਟਿਆ? ਦਿਲ ਪਹਿਲੀ ਵਾਰੀ ਪ੍ਰੋਪਰਲੀ ਦਿਲ ਟੁੱਟਿਆ ਸੀਗਾ, ਐਗਜ਼ੈਕਟ ਦੱਸਾਂ ਤਾਂ ਮੈਨੂੰ ਲੱਗਦਾ 89 ਦੇ ਨੇੜੇ ਕੋਈ, ਨਾਂ ਨੂੰ ਨਹੀਂ ਲਊਂਗਾ ਮੈਂ। ਅੱਛਾ, ਨਾ ਲਓ, ਠੀਕ ਆ। ਹਾਂ, ਤੋ ਕੋਈ ਕੁੜੀ ਸੀ, ਬਹੁਤ ਸੋਹਣੀ ਸੀ ਤੇ ਇੱਕ ਹਲਕੀ ਫੁਲਕੀ ਰਿਲੇਸ਼ਨਸ਼ਿਪ ਸਾਡੀ ਡਿਵੈਲਪ ਹੋ ਰਹੀ ਸੀ। ਅੱਛਾ, ਫਿਰ ਮੈਨੂੰ ਕਿਤੇ ਜਾਣਾ ਪੈ ਗਿਆ, ਯੂਪੀ ਮੈਂ ਚਲੇ ਗਿਆ ਸੀ ਕੁਝ ਹਫ਼ਤਿਆਂ ਲਈ। ਮੈਨੂੰ ਕਿਸੇ ਦੋਸਤ ਦਾ ਫੋਨ ਆਇਆ, ਉਹਨੇ ਮੈਨੂੰ ਦੱਸਿਆ ਵੀ ਉਹ ਕਿਸੇ ਹੋਰ ਨਾਲ ਜਿਹੜੇ ਹੈਗੀ ਹੈ ਉਹ ਫਿਰ ਰਹੀ ਹੈ। ਸੋ ਮੈਨੂੰ ਬਹੁਤ ਬੁਰਾ ਲੱਗਿਆ ਸੀਗਾ। ਫਿਰ ਮੈਂ ਜਿੱਥੇ ਵਾਪਸ ਆਉਣਾ ਸੀਗਾ ਛੇਤੀ, ਮੈਂ 2 ਮਹੀਨੇ ਹੋਰ ਲਾ ਕੇ ਉੱਥੇ ਤੇ ਦਿੱਲੀ ਫਿਰ ਵਾਪਸ ਆਇਆ ਸੀ। ਪਰ ਫਿਰ ਉਸ ਤੋਂ ਬਾਅਦ ਮੈਂ ਕਦੇ ਉਸ ਨਾਲ ਗੱਲ ਨਹੀਂ ਕੀਤੀ। ਫਿਰ ਉਹਨੇ ਕਈ ਵਾਰੀ ਕੋਸ਼ਿਸ਼ ਵੀ ਕੀਤੀ ਮੇਰੇ ਨਾਲ ਗੱਲ ਕਰਨ ਦੀ, ਪਰ ਮੈਂ ਗੱਲ ਨਹੀਂ ਕੀਤੀ, ਕਦੇ ਗੱਲ ਨਹੀਂ ਕੀਤੀ। ਤੱਕ ਲੈ ਆਵਾਂ। ਕਨਫੈਸ ਕਰੋ ਕਦੇ ਕਿਸੇ ਕੋ-ਸਟਾਰ ਤੇ ਕ੍ਰਸ਼ ਹੋਇਆ? ਕਈ ਵਾਰੀ ਹੋਇਆ ਹੋਊਗਾ। ਸੀਰੀਅਸਲੀ? ਕਈ ਵਾਰੀ ਹੋਇਆ ਹੋਊਗਾ, ਬਟ ਮੇਬੀ ਮੈਂ ਹਮੇਸ਼ਾ ਕਹਿੰਦਾ ਵੀ ਆਈ ਥਿੰਕ ਮੋਸਟਲੀ ਇਟ ਇਜ਼ ਗੋਟ ਟੂ ਡੂ ਵਿਦ ਦੈਟ ਕੈਰੈਕਟਰ ਦੈਟ ਯੂ ਪੋਰਟਰੇਇੰਗ। ਕਨਫੈਸ ਕਰੋ ਪਿਆਰ 'ਚ ਕੀਤੇ ਕੁਝ ਅਨਕੰਡੀਸ਼ਨਲ ਐਫਰਟਸ। ਪਿਆਰ ਬਹੁਤ ਕੁਝ ਕਰਾਂਦਾ ਹੈ ਜੀ। ਪਿਆਰ ਤਾਂ ਹੀ ਪੁੱਛ ਰਹੀ ਹਾਂ।
ਮੇਰਾ ਜਦੋਂ ਵਿਆਹ ਹੋਇਆ ਸੀਗਾ ਸੋ ਮੈਂ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀਗਾ, ਅਸੀਂ ਦੋਵੇਂ ਗੱਲ ਕਰ ਰਹੇ ਸੀ, ਕਿਸੇ ਕੁਝ ਹੋਰ ਬੰਦੇ ਵੀ ਬੈਠੇ ਹੋਏ ਸੀਗੇ ਤੇ ਉਹਨਾਂ ਨਾਲ ਗੱਲ ਹੋ ਰਹੀ ਸੀ, ਲੋਕੀ ਗੱਲ ਕਰ ਰਹੇ ਸੀਗੇ ਵੀ ਰਿਲੇਸ਼ਨਸ਼ਿਪ ਬਾਰੇ। ਸਾਡੀ ਰਿਲੇਸ਼ਨਸ਼ਿਪ ਲੌਂਗ ਡਿਸਟੈਂਸ ਸੀਗੀ, ਮਾਈ ਵਾਈਫ ਵਾਜ਼ ਫਰਮ ਦਿੱਲੀ, ਆਈ ਵਾਜ਼ ਇਨ ਬੰਬੇ, ਸੋ ਅਸੀਂ ਸਿਰਫ ਫੋਨ ਤੇ ਗੱਲ ਕਰਦੇ ਹੁੰਦੇ ਸੀਗੇ। ਬਿੱਲ ਸਾਡਾ ਉਦੋਂ ਤਾਂ, ਹੁਣ ਤਾਂ ਸਾਰਾ ਕੁਝ ਸਬਸਿਡਾਈਜ਼ਡ ਹੋ ਗਿਆ ਨਾ, ਵੀ ਇੱਕ ਮਹੀਨੇ 'ਚ 500 ਰੁਪਏ ਦਿਓ ਤੇ ਅਨਲਿਮਿਟਿਡ ਗੱਲਾਂ ਕਰੋ। ਸਾਡੇ ਟਾਈਮ 'ਚ ਕੋਈ ਇਹੋ ਜਿਹੀ ਨਹੀਂ, STD ਲੱਗਦੀ ਸੀ, ISD ਲੱਗਦੀ ਸੀ। ਜੇ ਬਾਈ ਚਾਂਸ ਇਫ ਸ਼ੀ ਵਾਜ਼ ਟਰੈਵਲਿੰਗ ਆਊਟ ਆਫ ਦ ਕੰਟਰੀ, ISD ਗੱਲਾਂ ਵੀ ਅਸੀਂ ਕਰਦੇ 2-2 3-3 ਘੰਟੇ। ਫਿਰ ਅਸੀਂ ਕੈਲਕੂਲੇਟ ਕਰ ਰਹੇ ਸੀਗੇ ਵੀ ਉਸ ਟਾਈਮ ਦੇ ਹਿਸਾਬ ਨਾਲ 2000 ਦੀ ਗੱਲ ਹੈ, ਤੇ ਉਦੋਂ ਕੈਲਕੂਲੇਸ਼ਨ ਜੋ ਅਸੀਂ ਕੀਤੀ ਸੀਗੀ ਔਰ ਟੌਪ ਐਂਡ ਬੈਂਜ਼ ਜਿਹੜੀ ਹੁੰਦੀ ਹੈ ਨਾ, ਉਹ ਅਸੀਂ ਲੈ ਸਕਦੇ ਸੀ ਜਿੰਨਾ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਜੋ ਖਰਚੇ ਅਸੀਂ ਟੈਲੀਫੋਨ ਦੇ ਉੱਤੇ ਕੀਤੇ ਸੀਗੇ। ਓ ਮਾਈ ਗੁੱਡਨੈਸ। ਸੋ ਇਹ ਕੈਲਕੂਲੇਸ਼ਨ ਸੀਗੀ। ਸੋ ਬਥੇਰਾ ਕੁਛ ਹੁੰਦਾ ਹੈ, ਕਈ ਵਾਰੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੇ ਤੁਸੀਂ ਕਰੀ ਜਾਂਦੇ ਹੋ, ਬਿਕੋਜ਼ ਦੈਟਸ ਦੀ ਓਨਲੀ ਵੇ ਫॉर ਅ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ। ਆਈ ਥਿੰਕ ਦੈਟਸ ਦੀ ਓਨਲੀ। ਅੱਜ ਦੀ ਡੇਟ 'ਚ ਤਾਂ ਸਾਰੇ ਉਹ ਵੀਡੀਓ ਕਾਲਿੰਗ ਸਾਰਾ ਆਪਣਾ ਵਾਈਫਾਈ ਤੇ ਚੱਲ ਰਿਹਾ ਹੁੰਦਾ ਹੈ, ਖਿੱਚੀ ਚੱਲੋ ਕੰਮ। ਸਾਡੀ ਆਸ਼ਕੀ ਤਾਂ ਬਹੁਤ ਮਹਿੰਗੀ ਰਹੀ ਹੈ। ਹਾਂ ਤਾਂ ਮੈਨੂੰ ਪਤਾ ਲੱਗ ਰਿਹਾ। ਤੁਸੀਂ ਉਹਨਾਂ ਨੂੰ ਪਹਿਲੀ ਵਾਰੀ ਕਿੱਥੇ ਮਿਲੇ? ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ ਸੀਗਾ ਜੀ ਆਪਣੇ ਕੁਝ ਕਜ਼ਨਸ ਦੇ ਨਾਲ ਤੇ ਕੁਝ ਫਰੈਂਡ ਸੀਗੇ ਦਿੱਲੀ ਦੇ, ਉਹਨਾਂ ਸਾਰਿਆਂ ਦੇ ਨਾਲ। ਤੇ ਅਸੀਂ ਪਹਿਲੀ ਵਾਰੀ ਜਦੋਂ ਮਿਲੇ ਸੀ ਕਿਸੇ ਕਲੱਬ ਦੇ ਵਿੱਚ ਮਿਲੇ ਸੀ ਤੇ ਲਾਈਟ ਚਲੀ ਗਈ ਸੀ। ਅੱਛਾ, ਕਲੱਬ ਦੀ ਲਾਈਟ ਹੀ ਚਲ ਗਈ? ਹਾਂਜੀ। ਵੈਰੀ ਫਿਲਮੀ। ਹਾਂਜੀ, ਬਹੁਤ ਫਿਲਮੀ ਸੀਗਾ ਜੀ ਕੰਮ ਪੂਰਾ ਐਨ। ਤੇ ਸਭ ਤੋਂ ਫਨੀ ਗੱਲ ਤਾਂ ਇਹ ਹੈਗੀ ਹੈ ਵੀ ਉਹ ਮੇਰੇ ਵਾਈਫ ਕੋਸ਼ਿਸ਼ ਕਰ ਰਹੇ ਸੀਗੇ ਵੀ ਉਹਨਾਂ ਦੀ ਕੋਈ ਫਰੈਂਡ ਸੀਗੀ, ਉਹਦੇ ਨਾਲ ਮੈਨੂੰ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਓਹ, ਤੇ ਕਿੱਦਾਂ ਮਤਲਬ ਕਿ ਉਹ ਲੈ ਕੇ ਫਰੈਂਡ ਨੂੰ ਲੈ ਕੇ ਆਏ ਨਾਲ ਮਿਲਵਾਉਣ? ਉਹਨਾਂ ਦੇ ਫਰੈਂਡ ਵੀ ਕੋਈ ਨਾਲ ਸੀਗੇ। ਹਾਂ। ਸੋ ਉਹਨਾਂ ਦੇ ਨਾਲ ਉਹਨਾਂ ਨੂੰ ਐ ਸੀਗਾ ਵੀ ਸ਼ੀ ਵਿਲ ਬੀ ਦ ਰਾਈਟ ਪਰਸਨ ਫॉर ਯੂ ਟਾਈਪਸ ਐਂਡ ਆਲ ਦੈਟ ਵਟਐਵਰ। ਸੋ ਇਟ ਵਾਸ ਕੁਆਇਟ ਅ ਫਿਲਮੀ ਸਿਚੁਏਸ਼ਨ ਇਨ ਦੈਟ। ਬੇਸਿਕਲੀ ਜੋ ਲਾਈਟ ਚਲ ਗਈ ਤਾਂ ਫਿਰ ਕੀ ਹੋਇਆ? ਲਾਈਟ ਚਲ ਗਈ, ਫਿਰ ਉਹਨਾਂ ਦਾ ਕੁਝ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਤੇ ਮੈਂ ਉਹ ਕੋਈ ਕੈਂਡਲ ਕੁੰਡਲ ਲੈ ਕੇ ਆ ਗਿਆ, ਬਿਕੋਜ਼ ਦ ਇਲੈਕਟ੍ਰਿਸਿਟੀ ਹੈਡ ਗੋਨ ਇਨ ਦ ਕਲੱਬ, ਸੋ ਕੈਂਡਲਸ ਵਰ ਪੁੱਟ ਓਵਰ ਦੇਅਰ। ਅੱਛਾ। ਤੇ ਦੀਵੇ ਦੂਵੇ ਜਲਾਤੇ ਸੀ ਲੋਕਾਂ ਨੇ ਟੂ ਹੈਵ ਦਿਸ ਥਿੰਗ। ਸੋ ਉਹਨਾਂ ਦੀਆਂ ਕੋਈ ਗੱਲਾਂ ਚੱਲ ਰਹੀਆਂ ਸੀਗੀਆਂ ਤੇ ਮੈਂ ਹੱਸਣ ਲੱਗ ਪਿਆ। ਸੋ ਉਹਨਾਂ ਦਾ ਪਹਿਲਾ ਰਿਐਕਸ਼ਨ ਵੀ ਮੈਂ ਤੁਹਾਨੂੰ ਦੱਸ ਸਕਦਾ ਵੀ ਉਹਨਾਂ ਦਾ ਸੀ, ਕਿਹੋ ਜਿਹਾ ਖਰਦਮਾਗ ਬੰਦਾ ਹੈ ਇਹਨੂੰ, ਇਟ ਹੈਜ਼ ਨੋ ਸੈਂਸ ਟੂ ਯੂ ਨੋ ਹਾਊ ਟੂ ਬਿਹੇਵ ਵਿਦ ਅ ਗਰਲ ਔਰ ਵਟਐਵਰ, ਬਲੇਟੈਂਟਲੀ ਲਾਫਿੰਗ ਔਨ ਅ ਫੇਸ। ਉਸ ਟਾਈਪ ਦਾ ਕੰਮ ਸੀਗਾ। ਤੇ ਬਸ ਆਈ ਥਿੰਕ ਨਾ ਉਹਨਾਂ ਨੂੰ ਪਤਾ ਸੀ ਨਾ ਮੈਨੂੰ ਪਤਾ ਸੀ। ਮੈਨੂੰ ਸ਼ਾਇਦ ਪਤਾ ਸੀ, ਮੈਂ ਦੇਖ ਕੇ ਮੈਨੂੰ ਐਸ ਫੀਲਿੰਗ ਜੀ ਆਈ ਤਾਂ ਸੀਗੀ ਹਨੇਰੇ 'ਚ ਵੀ ਇਹ ਹੈਗੀ ਹੈ ਕੁੜੀ, ਸ਼ੀ ਇਜ਼ ਦ ਵਨ। ਹਾਊ ਸਵੀਟ। ਆਲ ਰਾਈਟ, ਵੈਰੀ ਗੁੱਡ। ਇੱਕ ਵੀ ਸ਼ਾਟ ਨਹੀਂ ਪੀਤਾ? ਵਾਓ। ਵੈਸੇ ਪੀ ਲੈਣੇ ਜੀ ਜੇ ਤੁਸੀਂ ਕਹੋਗੇ। ਨਹੀਂ, ਮੈਂ ਕੁਝ ਹੋਰ ਚੀਜ਼ ਮੰਗਾਉਣੀ ਆ ਤੁਹਾਡੇ ਲਈ। ਫਲੋਰ ਟੀਮ। ਜਿਮੀ, ਆ ਸੀਗੇ ਸਾਰੇ ਛੋਟੇ ਕਨਫੈਸ਼ਨਸ ਤੇ ਤੁਸੀਂ ਕੋਈ ਵੀ ਕਨਫੈਸ਼ਨ ਕਰਨਾ ਹੈ ਜਿਹੜਾ ਅੱਜ ਤੱਕ ਕਿਤੇ ਵੀ ਨਹੀਂ ਕੀਤਾ, ਕਿਸੇ ਨੂੰ ਵੀ ਨਹੀਂ ਪਤਾ, ਸਮਥਿੰਗ ਦੈਟ ਯੂ ਵੁੱਡ ਲਾਈਕ ਟੂ ਕਨਫੈਸ, ਨਹੀਂ ਤਾਂ ਫਿਰ ਤੁਹਾਨੂੰ ਇਹ ਪੂਰਾ ਗਲਾਸ ਪੀਣਾ ਪੈਣਾ ਲੱਸੀ ਦਾ। ਕਦੇ ਕਿਸੇ ਨੂੰ ਇਹ ਦੱਸਿਆ ਨਹੀਂ ਹੈਗਾ ਵੀ ਮੇਰੇ ਨਾ ਅੰਦਰੋਂ ਇੱਕ ਚਾਹ ਹੈ ਵੀ ਮੈਂ ਵੀ ਇੱਕ ਗਾਣਾ ਜਿਹੜਾ ਹੈਗਾ ਕਿਸੇ ਪੁਆਇੰਟ ਤੇ ਜਾ ਕੇ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਜਾਂ ਕਦੇ ਇੱਕ ਗਾਣਾ ਤਾਂ ਮੈਂ ਗਾਵਾਂ ਆਪਣੀ ਲਾਈਫ 'ਚ। ਸਾਨੂੰ ਥੋੜੇ ਜਿਹੇ 2 ਲਾਈਨਾਂ ਸੁਣਾ ਦਿਓ। ਜੀ ਮੈਂ ਗਾ ਸਕਦਾ, ਮੈਂ ਐਲਬਮ ਨਾ ਕੱਢੀ ਹੁੰਦੀ ਆਪਦੀ। ਥੋੜਾ ਜਿਹਾ ਮੇਰੇ ਲਈ ਪਲੀਜ਼ ਗਾ ਦਿਓ 2 ਲਾਈਨਾਂ। ਮੇਰਾ ਪਹਿਲਾ ਸ਼ੋਅ, ਪਹਿਲੀ ਹੋਸਟਿੰਗ ਕਰ ਰਹੀ ਹਾਂ। ਤਾਂ ਗਵਾਉਣੇ ਆ 2 ਲਾਈਨਾਂ। ਤੁਸੀਂ ਪੁੱਛ ਬਹੁਤ ਪਿਆਰ ਨਾਲ ਰਹੇ ਹੋ, ਪਰ ਮੈਂ ਨਹੀਂ ਗਾ ਸਕਦਾ। ਤੁਸੀਂ ਕਦੇ ਨਹੀਂ ਗਾਇਆ? ਮੈਂ ਕਦੇ ਨਹੀਂ। ਤੇ ਕਦੇ ਤਾਂ ਕਿਸੇ ਦਾ ਦਿਲ ਰੱਖਣ ਲਈ ਗਾ ਲਓ। ਨਹੀਂ, ਦਿਲ ਤਾਂ ਫਿਰ ਬਾਕੀਆਂ ਦੇ ਟੁੱਟ ਜਾਣਗੇ। ਹੁਣ ਤਾਂ ਬਿਲਕੁਲ ਨਹੀਂ। ਅੱਛਾ, ਮੈਂ ਤੁਹਾਡੇ ਪਿੱਛੇ ਗਾਉਂਗੀ ਨਾ? ਨਹੀਂ ਜੀ, ਨਹੀਂ ਅੱਗੇ ਗਾਉਂਗੇ ਤਾਂ ਵੀ ਨਹੀਂ ਗਾਉਂਗਾ। ਮੈਂ ਸੁਣਿਆ ਤੁਸੀਂ ਡਾਂਸ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਤੁਸੀਂ ਭੋਜਪੁਰੀ ਗਾਣਿਆਂ ਦੇ ਉੱਤੇ। ਮੈਨੂੰ ਡਾਂਸ ਵਾਕਈ ਬਹੁਤ ਪਸੰਦ ਹੈ, ਬਟ ਦ ਪ੍ਰੋਬਲਮ ਇਸ ਕਿ ਮੈਨੂੰ ਬਸ ਇੱਕ ਪਾਰਟਨਰ ਚਾਹੀਦਾ ਹੁੰਦਾ ਡਾਂਸ ਕਰਨ ਲਈ। ਪਾਰਟਨਰ ਅਸੀਂ 50 ਲੈ ਆਵਾਂਗੇ ਤੁਹਾਡੇ ਲਈ, ਤੁਸੀਂ ਡਾਂਸ ਕਰਨ ਲਈ ਰੈਡੀ। ਮੇਰੇ ਨਾਲ ਪ੍ਰੋਬਲਮ ਇਹ ਹੈ ਕਿ ਜਿਹੜਾ ਮੇਰਾ ਮਨ ਹੈ ਡਾਂਸ ਕਰਨ ਦਾ। ਭੋਜਪੁਰੀ ਗਾਣਾ ਤੁਹਾਨੂੰ ਪਸੰਦ ਹੈ ਉਹ ਦੱਸੋ। ਸਾਰੇ ਗਾਣੇ ਪਸੰਦ। ਬਟ ਤੁਸੀਂ ਡਾਂਸ ਕਰੋਗੇ ਮੇਰੇ ਨਾਲ? ਮੈਂ ਕਰ ਲੂੰਗਾ ਜੀ, ਆ ਜਾਓ। ਤੁਸੀਂ ਮੈਨੂੰ ਇੱਕ ਵਾਰੀ ਕਰਕੇ ਦਿਖਾਓਗੇ। I learn a step from you and I'll dance.
ਮੈਂ ਪੱਕਾ ਕਰੂੰ। ਸਟੈਪ ਫਰਮ ਮੀ। ਹਾਂਜੀ ਨਹੀਂ, ਤੁਸੀਂ ਗਾਣਾ ਵੀ ਨਹੀਂ ਗਾ ਕੇ ਸੁਣਾਇਆ, ਡਾਂਸ ਨੂੰ ਵੀ ਰਿਫਿਊਜ਼ ਕਰਤਾ ਹੈ। ਠੀਕ ਹੈ ਚਲੋ ਫਿਰ। ਮੈਨੂੰ ਜਦੋਂ ਫੋਨ ਕੀਤਾ ਸੀਗਾ ਵੀ ਤੁਸੀਂ ਇਸ ਸ਼ੋਅ ਲਈ ਆਓ, ਮੈਂ ਕਿਹਾ ਯਾਰ ਮੈਂ ਬਹੁਤ ਬੋਰਿੰਗ ਬੰਦਾ, ਨਾ ਮੈਂ Boring ਤਾਂ ਡਾਂਸ ਤੁਸੀਂ ਨਹੀਂ ਕਰਾਂਗਾ, ਹੋ। ਨਾ ਮੈਂ ਗਾਣਾ ਗਾਵਾਂਗਾ, ਨਾ ਮੈਂ ਡਾਇਲੋਗ ਬੋਲਾਂਗਾ, ਕੁਝ ਨਹੀਂ ਕਰਾਂਗਾ। ਤੇ No, we ਇਹਨਾਂ all ਦੀ your big ਇੰਸਟਰਕਸ਼ਨ ਇਹ ਸੀਗੀਆਂ ਵੀ ਪਹਿਲਾਂ ਸੋਨਮ ਜੀ ਦੇ ਜਿਹੜੇ ਜਿੰਨੇ ਵੀ ਸਵਾਲ ਹੈਗੇ ਨੇ ਉਹਨਾਂ ਨੂੰ ਮੁੱਕ ਲੈਣ ਦਿਓ, ਫਿਰ ਤੁਸੀਂ ਉਹਨਾਂ ਦਾ ਇੰਟਰਵਿਊ ਕਰਿਓ। ਉਲਟ ਅੱਜ ਤੁਹਾਡਾ ਕੀ ਇੰਟਰਵਿਊ ਸਵਾਲ ਲੈ ਤੁਸੀਂ ਲਿਆ। ਪੁੱਛਣਾ ਪੁੱਛੋ। ਅੱਛਾ ਹੁਣ ਤੁਸੀਂ ਇੱਕ ਇੱਧਰ ਆਓ, ਵਾਰੀ dance ਤੁਸੀਂ ਕਰੋ। ਨਹੀਂ, ਤੁਸੀਂ ਇਹ ਸਵਾਲ ਥੋੜੀ, ਤੁਸੀਂ ਉੱਧਰ ਜਾਓ। ਸਤਿ ਸ਼੍ਰੀ ਅਕਾਲ ਸੋਨਮ ਜੀ, ਵੈਲਕਮ ਜੀ ਆਇਆਂ ਨੂੰ ਸਾਡੇ ਸ਼ੋਅ ਤੇ ਦਿਲ ਦੀਆਂ ਗੱਲਾਂ। ਤੇ ਮੇਰਾ ਪਹਿਲਾ ਸਵਾਲ ਜਿਹੜਾ ਹੈਗਾ ਤੁਹਾਡੇ ਤੋਂ ਇਹ ਹੈਗਾ ਵੀ ਤੁਹਾਡਾ ਦਿਲ ਪਹਿਲੀ ਵਾਰੀ ਕਦੋਂ ਟੁੱਟਿਆ ਸੀ? ਮੈਂ ਫਰਸਟ ਸਟੈਂਡਰਡ 'ਚ ਸੀਗੀ ਔਰ ਜਿਹੜੇ ਮੁੰਡੇ ਤੇ ਮੈਨੂੰ ਕ੍ਰਸ਼ ਸੀਗਾ, ਹਿਜ਼ ਨੇਮ ਵਾਸ ਆਦਿਤਯ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਆ। ਨਾਂ ਵੀ ਲੈਤਾ ਤੁਸੀਂ? ਹਾਂ, and I even went to him and I told him that, you know, you're so cute, ਆਪਾਂ ਇਕੱਠੇ ਬੈਠਦੇ ਆ, ਲੰਚ ਕਰਦੇ ਆ ਨਾਲ, but he never gave me any ਭਾਵ। So I was very heartbroken ਕਿ ਉਹਨੇ ਮੈਨੂੰ ਕਦੇ ਰਿਸਪੌਂਸ ਨਹੀਂ ਦਿੱਤਾ। ਫਸਟ ਸਟੈਂਡਰਡ 'ਚ ਤੁਸੀਂ ਇਹ ਸਾਰਾ ਕੁਝ ਕੀਤਾ ਹੈ। ਹੁਣ ਇਹ ਦੱਸੋ ਲਾਸਟ ਟਾਈਮ ਤੁਹਾਡਾ ਦਿਲ ਕਿਹਨੇ ਤੋੜਿਆ ਸੀ? ਕਿਹਨੇ ਤੋੜਿਆ ਸੀ ਥੋੜੀ ਦੱਸ ਸਕਦੀ ਹਾਂ। ਨਹੀਂ, ਚਲੋ ਕੋਈ ਗੱਲ ਨਹੀਂ। ਕਿਵੇਂ ਟੁੱਟਿਆ ਸੀ? ਟੁੱਟਿਆ ਸੀ 2017 'ਚ, ਬਸ ਉਹੀ ਦੱਸ ਰਹੀ ਹਾਂ। ਕਿੱਦਾਂ ਟੁੱਟਿਆ ਸੀ ਇਹ ਨਹੀਂ ਦੱਸ ਸਕਦੀ। ਡੇਟ ਵੀ ਦੱਸਤੀ? ਹਾਂ, 2017 ਸਾਲ ਦੱਸਤਾ। ਹਾਂ, ਸਾਲ ਦੱਸਤਾ। ਲਿਆਓ ਜੀ the shots and the glass। oh my ਤੁਹਾਨੂੰ goodness, ਬਹੁਤ ਪਿਆਰ ਕਰਦੇ ਨੇ, ਤੁਹਾਡੇ ਲਈ ਸਿਰਫ ਲੱਸੀ ਲੈ ਕੇ ਆਏ ਨੇ, ਮੇਰੇ ਲਈ ਉਹ ਦੂਜੇ ਵੀ ਲੈ ਕੇ ਆਏ ਸੀ ਕੌੜੇ ਵਾਲੇ। ਕੋਈ ਗੱਲ ਨਹੀਂ। ਹਾਂ ਤਾਂ ਹੁਣ ਕੀ ਦੱਸਣਾ? ਤੇ ਲੱਸੀ ਔਰ ਕੁਐਸਚਨ ਦੱਸੋ। ਕੁਐਸਚਨ ਆਫ ਕੋਰਸ। ਸਿੰਗਲ ਔਰ ਕਮਿਟਡ? ਦਿਲ ਦੀਆਂ ਗੱਲਾਂ ਦਿਲ ਚ ਰਜਾਣੀਆਂ, ਦਿਲ ਤੋਂ ਜ਼ੁਬਾਨ ਲੱਸੀ ਪੀ ਲਓ। ਦਿਸ ਇਜ਼ ਸੋ ਮੀਨ। ਚਲੋ ਇੱਕ ਕੰਮ ਕਰੋ ਫਿਰ, ਹਾਂਜੀ। ਤੁਸੀਂ ਜਾਂ ਲੱਸੀ ਪੀ ਲਓ ਹਾਂ ਜਾਂ ਦੱਸ ਦਿਓ, ਹਾਂ, ਜਾਂ ਫਿਰ ਡਾਂਸ ਕਰਕੇ ਡਾਂਸ ਕਰ ਦੋ ਕੱਲੀ। ਵਾਪਸ ਉੱਥੇ ਹੀ ਆ ਗਏ ਸੀ। ਅੱਛਾ ਜਿਮੀ, ਤੁਹਾਡੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਦੇ ਇੱਦਾਂ ਹੋਇਆ ਕਿ ਤੁਸੀਂ ਸਿਰਫ ਆਡੀਅנס ਦਾ ਰਿਐਕਸ਼ਨ ਦੇਖਣ ਲਈ ਸਿਨੇਮਾ 'ਚ ਗਏ ਹੋ, ਮੇਬੀ ਫੇਸ ਕਵਰ ਕਰਕੇ, ਜਾਂ ਜਸਟ ਟੂ ਸੀ ਦ ਲਾਈਵ ਰਿਐਕਸ਼ਨ ਆਫ ਦ ਆਡੀਅੰਸਿਸ? ਹਮੇਸ਼ਾ ਜਾਂਦੇ ਰਹੇ। ਹਮੇਸ਼ਾ? ਸਪੈਸ਼ਲੀ ਜਦੋਂ ਪੰਜਾਬੀ ਫਿਲਮਾਂ ਸਾਡੀਆਂ ਆਈਆਂ ਸੀਗੀਆਂ ਸਾਰੀਆਂ, ਰਾਈਟ ਫਰੋਮ ਯਾਰਾਂ ਨਾਲ ਬਹਾਰਾਂ, ਤੇਰਾ ਮੇਰਾ ਕੀ ਰਿਸ਼ਤਾ, ਮੁੰਡੇ ਯੂਕੇ ਦੇ, ਆਲਵੇਜ਼ ਡਨ ਦੈਟ। ਇੱਕ ਐਕਟਰ ਲਈ ਬਹੁਤ ਵਧੀਆ ਚੀਜ਼ ਹੈ। ਅੱਛਾ ਜਿਮੀ, ਸਕੂਲ ਡੇਜ਼ ਨਾ ਸਾਰਿਆਂ ਨੂੰ ਯਾਦ ਰਹਿੰਦੇ ਆ। ਕੁਛ ਮੈਮੋਰੀਜ਼ ਹੁੰਦੀਆਂ ਜੋ ਕਿ ਬਹੁਤ ਹੀ ਪ੍ਰੈਸ਼ੀਅਸ ਹੁੰਦੀਆਂ ਸਕੂਲ ਦੇ ਟਾਈਮ ਦੀਆਂ। ਤੁਹਾਡੀਆਂ ਕੋਈ ਇੱਦਾਂ ਦੀਆਂ ਮੈਮੋਰੀਜ਼ ਹੈਗੀਆਂ ਸਕੂਲ ਟਾਈਮ ਦੀਆਂ ਜੋ ਅੱਜ ਵੀ ਫਰੈਂਡਸ ਨਾਲ ਮੇਬੀ ਬੈਠ ਕੇ ਡਿਸਕਸ ਕਰਦੇ ਹੋ, ਯਾਦ ਕਰਦੇ ਹੋ? ਸਕੂਲ ਦੀ ਮੈਮੋਰੀਜ਼ ਤਾਂ ਹਮੇਸ਼ਾ ਸੋਹਣੀਆਂ ਹੁੰਦੀਆਂ ਨੇ ਜੀ। ਦੋਜ਼ ਆਰ ਦ ਮੋਸਟ ਬਿਊਟੀਫੁਲ ਈਅਰਸ ਆਫ ਯਰ ਲਾਈਫ। ਆਈ ਥਿੰਕ ਜਦੋਂ ਤੁਸੀਂ ਸਕੂਲ 'ਚ ਹੁੰਦੇ ਹੋ ਕੋਈ ਫਿਕਰ ਨਹੀਂ ਹੁੰਦੀ। ਸਾਡੇ ਵਰਗਿਆਂ ਨੂੰ ਉਦੋਂ ਵੀ ਫਿਕਰ ਸੀ, ਪਤਾ ਨਹੀਂ ਕਿਉਂ। ਤੇ ਸ਼ਰਾਰਤਾਂ ਕਿੱਦਾਂ ਦੀਆਂ ਹੁੰਦੀਆਂ ਸੀ ਤੁਹਾਡੀਆਂ ਸਕੂਲ 'ਚ? ਬੰਕ ਕਰਦੇ ਸੀ ਪਰ ਪੜ੍ਹੇ ਵੀ ਜਾਂਦੇ ਸੀ। ਘਰ ਤੱਕ ਸ਼ਿਕਾਇਤ ਜਾਂਦੀ ਸੀ ਕਿ ਵੀ ਕਲਾਸ ਬੰਕ ਕੀਤੀ? ਜਾਂਦੀ ਸੀ, ਹਾਂਜੀ ਡੈਫੀਨੇਟਲੀ ਜਾਂਦੀ ਸੀ। ਐਨੀ ਸਕੂਲ ਕ੍ਰਸ਼ਸ ਡੂ ਯੂ ਰਿਮੈਂਬਰ? ਸਕੂਲ ਦੇ ਵਿੱਚ ਹੁੰਦੀਆਂ ਸੀਗੀਆਂ ਕ੍ਰਸ਼ਸ। ਕਲਾਸਮੇਟ ਜਾਂ ਉਸ ਟੀਚਰ? ਟਾਈਪ ਦੇ ਸੀਗੇ ਅਸੀਂ, ਸਾਇਲੈਂਟ ਲਵਰ ਟਾਈਪ ਸੀਗੇ ਅਸੀਂ, ਬਸ ਦੇਖ ਕੇ ਖੁਸ਼ ਹੋ ਜਾਂਦੇ ਸੀ। ਤੁਸੀਂ ਨਹੀਂ ਦੱਸਿਆ ਕਈਆਂ ਨੂੰ ਜਿਨ੍ਹਾਂ ਤੇ ਕ੍ਰਸ਼ ਸੀਗਾ, ਬਟ ਵਾਪਸ ਜਾ ਕੇ ਘਰੇ ਗਾਣੇ ਗੁਣੇ ਸੁਣਦੇ ਰਹਿੰਦੇ ਸੀਗੇ। ਐਂ ਲੱਗਦਾ ਸੀ ਵਾਹ ਕਿਆ ਕਮਾਲ ਦੀ ਲਾਈਫ ਹੈ, ਕਿੰਨੀ ਸੋਹਣੀ ਕੁੜੀ ਹੈ। ਹਾਂ, ਤੇ ਆਈ ਐਮ ਸ਼ੋਰ ਲੋਟ ਆਫ ਗਰਲਸ ਹੈਡ ਕ੍ਰਸ਼ ਔਨ ਯੂ। ਕੁੜੀਆਂ ਕੇ ਦੱਸਦੀਆਂ ਸੀ ਸਕੂਲ 'ਚ? ਹੈ ਜੀ, ਆਈ ਐਮ ਸ਼ੋਰ ਲੋਟ ਆਫ ਗਰਲਸ ਇਨ ਸਕੂਲ ਹੈਡ ਅ ਕ੍ਰਸ਼ ਔਨ ਯੂ। ਹੈ ਜੀ।
ਤੇ ਕੁੜੀਆਂ ਆ ਕੇ ਦੱਸਦੀਆਂ ਸੀਗੀਆਂ ਕਿ ਨਹੀਂ? ਕੀ ਗੱਲਾਂ ਕਰਦੇ ਹੋ, ਮੈਨੂੰ ਤਾਂ ਫਿਲਮ 'ਚ ਕੁੜੀ ਨਹੀਂ ਮਿਲਦੀ, ਤੁਸੀਂ ਰੀਅਲ ਲਾਈਫ ਦੀ ਗੱਲ ਕਰ ਰਹੇ ਨੋ। ਜਿਹੜੀ ਫਿਲਮਾਂ ਦੇ ਵਿੱਚ ਕੁੜੀਆਂ ਛੱਡ ਕੇ ਭੱਜ ਜਾਂਦੀਆਂ ਨੇ। ਤੁਸੀਂ ਦੱਸੋ ਨਾ, ਦੱਸੋ ਸਾਰੀਆਂ ਗੱਲਾਂ ਸਾਨੂੰ ਸਕੂਲ ਦੀਆਂ, ਬਟ ਸਾਡੇ ਕੋ ਤੁਹਾਡੇ ਲਈ ਛੋਟਾ ਜਿਹਾ ਸਰਪ੍ਰਾਈਜ਼ ਆ। ਲੈਟਸ ਵਾਚ ਦੈਟ। ਮੈਂ MK ਦੂਆ, ਜਿੰਮੀ ਸ਼ੇਰਗਿੱਲ ਦਾ ਕੈਮਿਸਟਰੀ ਮਾਸਟਰ ਨੂੰ। ਜਿੰਮੀ ਸ਼ੇਰਗਿੱਲ ਦਾ ਅਸਲ ਨਾਂ ਤਾਂ ਜਸਜੀਤ ਸਿੰਘ ਸ਼ੇਰਗਿੱਲ ਸੀ, ਪਰ ਸਾਰੇ ਉਹਨੂੰ ਜਿੰਮੀ ਦੇ ਨਾਂ ਨਾਲ ਨਹੀਂ ਜਾਣਦੇ ਸੀਗੇ। ਇੱਕ ਠੀਕ ਸਟੂਡੈਂਟ ਸੀਗਾ, ਪੜ੍ਹਨ ਲਿਖਣ 'ਚ ਵਧੀਆ ਸੀਗਾ, ਰਾਵੀ ਹਾਊਸ 'ਚ ਰਹਿੰਦਾ ਸੀ, ਸਪੋਰਟਸਮੈਨ ਵੀ ਠੀਕ ਸੀਗਾ ਆਪਣੇ ਜ਼ਮਾਨੇ 'ਚ, ਪਰ ਇਹਨੂੰ ਡਰਾਮੇ ਦਾ ਬਹੁਤ ਸ਼ੌਂਕ ਸੀ। ਇਹਦਾ ਇੱਕ ਡਰਾਮਾ ਸੀ ਮੈਰਿਜ ਪ੍ਰਪੋਜ਼ਲ, ਇਹਨੇ ਉਸ ਪਲੇਅ 'ਚ ਬਹੁਤ ਵਧੀਆ ਕੰਮ ਕੀਤਾ ਸੀ। ਉਸ ਪਲੇਅ ਤੋਂ ਬਾਅਦ ਇਹਦੀ ਐਕਟਿੰਗ ਦੀ ਜਾਗਰੂਕਤਾ ਹੋਈ। ਇਹਨੇ ਸੋਚਿਆ ਕਿ ਮੈਂ ਫਿਲਮ ਐਕਟਰ ਹੀ ਬਣਨਾ ਹੈ। ਉਹਦੇ ਵਾਸਤੇ ਇਹਨੇ ਕਾਫੀ ਮਿਹਨਤ ਕੀਤੀ, ਬਹੁਤ ਉਤਾਰ ਚੜਾਅ ਵੀ ਦੇਖੇ, ਗੇਮਸ ਵੀ ਖੇਡਦਾ ਰਿਹਾ, ਸਭ ਕੰਮ ਕਰਦਾ ਰਿਹਾ। ਮੈਥ 'ਚ ਖੂਬ ਜਾਂਦਾ ਸੀ। ਮੈਥ ਦੇ ਵਿੱਚ ਇੱਕ ਤੈਨੂੰ ਕੜੀ ਚੌਲ ਬੜੇ ਪਸੰਦ ਸੀ, ਫਿਰ ਰਾਜਮਾ ਚੌਲ ਜਿਹੜੇ ਸਕੂਲ ਦੀ ਸਪੈਸ਼ਲਿਟੀ ਹੈ ਉਹ ਇਹਨੂੰ ਬਹੁਤ ਪਸੰਦ ਸੀ। ਜ਼ਿਆਦਾਤਰ ਇਹ ਕੜੀ ਚੌਲ ਖਾਂਦਾ ਸੀ। ਰਾਵੀ ਹਾਊਸ 'ਚ ਰਾਵੀ ਹਾਊਸ ਦੇ ਵਿੱਚ ਪ੍ਰੀਫੈਕਟ ਵੀ ਰਿਹਾ ਥੋੜ੍ਹੀ ਦੇਰ ਵਾਸਤੇ। ਇਹਨੇ 1987 'ਚ ICSE 10ਵੀਂ ਪਾਸ ਕੀਤੀ ਸੀ। ਇਹਦੇ ਨਾਂ ਨੂੰ ਦੇਖ ਕੇ ਇੱਕ ਬੱਚਾ ਸੀ ਜਿਹੜਾ ਸੀ, ਉਹਦਾ ਨਾਂ ਤੇ ਸੀਗਾ ਉਹਨੇ ਇਹਦਾ ਸ਼ੇਰਗਿੱਲ ਦੇਖ ਕੇ ਆਪਣੇ ਨਾਂ ਨਾਲ ਹੀ ਸ਼ੇਰ ਲਾ ਰਿਹਾ ਸੀਗਾ। ਵੈਸੇ ਤੇ ਸੀ ਉਹ ਗਰੇਵਾਲ। ਉਹ ਕਹਿੰਦਾ ਜੇ ਗਿੱਲ ਸ਼ੇਰ ਹੋ ਸਕਦੇ ਤਾਂ ਗਰੇਵਾਲ ਸ਼ੇਰ ਕਿਉਂ ਨਹੀਂ ਹੋ ਸਕਦੇ। ਉਹਨੇ ਆਪਣਾ ਨਾਂ ਰੱਖ ਲਿਆ ਸ਼ੇਰ ਗਰੇਵਾਲ। ਉਹ ਸ਼ੇਰਗਿੱਲ ਦੀ ਜਿੱਦ ਮਿਹਨਤ ਸੀਗੀ। ਬੱਚੇ ਇਹਨੂੰ ਸ਼ੇਰਗਿੱਲ ਜਿੰਮੀ ਦੇ ਨਾਂ ਨਾਲ ਹੀ ਜਾਣਦੇ ਹੈ। ਪੰਜਾਬ ਪਬਲਿਕ ਸਕੂਲ 'ਚ ਇਹਦੇ ਕਾਫੀ ਦਿਨ ਸਟੇ ਰਹੀ ਹੈ, ਜਿੱਥੇ ਬੱਚੇ ਸਾਰਾ ਦਿਨ ਰਹਿੰਦੇ ਹੈ, ਖੇਲਦੇ ਹੈ, ਲੜਦੇ ਹੈ, ਝਗੜਦੇ ਹੈ, ਇੱਕ ਦੂਜੇ ਨਾਲ ਮਜ਼ਾਕ ਵੀ ਕਰਦੇ ਹੈ। ਜਿੰਮੀ ਸ਼ੇਰਗਿੱਲ ਵੀ ਇਸ ਗੱਲ ਦੀ ਬੜੀ ਅਭਿਮਾਨ ਹੋਏਗਾ ਕਿ ਪੰਜਾਬ ਪਬਲਿਕ ਸਕੂਲ 'ਚ ਪੜ੍ਹਿਆ ਹੈ, ਅਤੇ ਸਕੂਲ ਨੂੰ ਬਹੁਤ ਪ੍ਰਾਊਡ ਹੈ ਇਸ ਕੰਮ 'ਚ ਕਿ ਜਿੰਮੀ ਸ਼ੇਰਗਿੱਲ ਇੱਕ ਐਸੇ ਅੱਛੇ ਐਕਟਰ ਦੇ ਰੂਪ 'ਚ ਫਿਲਮ ਇੰਡਸਟਰੀ 'ਚ ਛਾਇਆ ਹੈ ਅਤੇ ਹਾਲੇ ਤੱਕ ਛਾ ਰਿਹਾ ਹੈ। ਪਰਮਾਤਮਾ ਕਰੇਗਾ ਕਿ ਅੱਗੇ ਤੋਂ ਵੀ ਛਾਏਗਾ। ਮੈਂ ਇਸ ਚੀਜ਼ ਦਾ ਬਹੁਤ ਪ੍ਰਾਊਡ ਫੀਲ ਕਰਦਾ ਕਿ ਮੈਂ ਜਿੰਮੀ ਸ਼ੇਰਗਿੱਲ ਦੇ ਨਾਲ ਰਿਹਾ ਅਤੇ ਮੈਂ ਇਹਨੂੰ ਕੁਛ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਹ 'ਚ ਕਾਮਯਾਬ ਹੋਇਆ ਕਿ ਨਹੀਂ ਹੋਇਆ ਉਹ ਜਿੰਮੀ ਖੁਦ ਹੀ ਦੱਸੇਗਾ। ਸੋ ਮੈਂ ਆਸ ਕਰਦਾ ਕਿ ਜਿੰਮੀ ਸ਼ੇਰਗਿੱਲ ਅੱਗੇ ਹੋਰ ਤਰੱਕੀ ਕਰੇਗਾ ਔਰ ਖੂਬ ਤਰੱਕੀ ਕਰੇਗਾ, ਖੂਬ ਤਰੱਕੀ ਕਰੇਗਾ। ਗੋਡ ਬਲੈਸ ਯੂ। Do you remember him as a strict teacher or chemistry? No, lovely guy. He also used to be ਸਾਡੇ ਟੇਬਲ ਦੇ ਉੱਤੇ ਇੱਕ ਹੈਡ ਸੀਟ ਹੁੰਦੀ ਸੀਗੀ ਜਿਹੜੀ ਕਿ ਨਾਰਮਲੀ ਸਾਡੇ ਟੀਚਰਸ ਲਈ ਹੁੰਦੀ ਸੀਗੀ, ਅਤੇ ਉੱਥੇ ਦੁਆ ਸਾਹਿਬ ਫੋਰ ਅ ਲੌਂਗ ਟਾਈਮ ਆਈ ਥਿੰਕ ਹੈਡ ਚੇਅਰ 'ਤੇ ਸੀਗੇ ਸਾਡੇ ਨਾਲ। ਲਵਲੀ ਮੈਮਰੀਜ਼। ਆਈ ਥਿੰਕ ਸਕੂਲ ਵੀ ਦੇਖ ਲਿਆ ਬੜੇ ਚਿਰ ਬਾਅਦ ਸਕੂਲ। ਤੇ ਮੈਂ ਸੁਣਿਆ ਕਿ ਦੁਆ ਸਰ ਨੇ ਤੁਹਾਨੂੰ ਰੈਸਟੀਕੇਟ ਵੀ ਕੀਤਾ ਸੀ ਇੱਕ ਵਾਰੀ ਆਫ ਦਾ ਰਿਕਾਰਡ। ਹੀ ਉਹ ਤਾਂ ਪਤਾ ਨਹੀਂ ਕਿੰਨੀ ਵਾਰੀ ਕੀਤਾ ਸੀਗਾ। ਅੱਛਾ, ਉਹਨਾਂ ਨੇ ਕੀਤਾ। ਸਾਡੇ ਇੱਕ ਬੰਸਲ ਸਾਹਿਬ ਸੀਗੇ, ਕੁਛ ਨਾ ਕੁਛ ਸ਼ਰਾਰਤਾਂ ਕਰਦੇ ਰਹਿੰਦੇ ਸੀਗੇ ਅਸੀਂ। ਓਕੇ, ਸੋ ਜਿਮੀ ਲੈਟਸ ਸਟਾਰਟ ਆਰ ਰਾਊਂਡ। ਇਟਸ ਕਾਲਡ ਡਾਇਰੈਕਟ ਦਿਲ ਤੋਂ। ਇਟਸ ਅ ਰੈਪਿਡ ਫਾਇਰ। ਮੈਂ ਕੋਈ ਸਵਾਲ ਪੁੱਛੂੰਗੀ, ਤੁਸੀਂ ਬਹੁਤ ਫਟਾਫਟ ਜਵਾਬ ਦੇਣਾ ਹੈ, ਟਾਈਮ ਨਹੀਂ ਲੈਣਾ। ਕੋਸ਼ਿਸ਼ ਕਰੂੰਗਾ ਜੀ। ਓਕੇ, ਐਂਡ ਇਫ ਯੂ ਡੂ ਦੈਟ ਯੂ ਵਿਲ ਗੈਟ ਅ ਵੈਰੀ ਨਾਈਸ ਹੈਂਪਰ। ਜੇ ਤੁਸੀਂ ਜਲਦੀ ਬਹੁਤ ਸੋਹਣੇ ਜਵਾਬ ਦਿੱਤੇ, ਸੋ ਯੂ ਵਿਲ ਵਿਨ ਅ ਵੈਰੀ ਨਾਈਸ ਹੈਂਪਰ। ਆਈ ਵਿਲ ਰਿਕੁਐਸਟ ਦ ਫਲੋਰ ਟੀਮ ਟੂ ਕਮ ਐਂਡ ਗਿਵ ਅਸ ਦ ਹੈਂਪਰ। ਓਕੇ, ਇੱਕ ਚੀਜ਼ ਜੋ ਪਾਲੀਵੁੱਡ 'ਚ ਹੈ ਤੇ ਬਾਲੀਵੁੱਡ 'ਚ ਨਹੀਂ, ਤੇ ਜੋ ਬਾਲੀਵੁੱਡ 'ਚ ਹੈ ਤੇ ਪਾਲੀਵੁੱਡ 'ਚ ਨਹੀਂ। ਮੈਂ ਤਾਂ ਤੁਹਾਡਾ ਨਾਮ ਲੈਣ ਲੱਗਿਆ ਸੀ, ਪਰ ਤੁਸੀਂ ਵੀ ਕੋਈ ਇੱਕ ਦੋ ਬਾਲੀਵੁੱਡ ਫਿਲਮਾਂ ਕਰਤੀਆਂ ਸੀਗੀਆਂ ਨਾ? ਨਹੀਂ, ਕੋਈ ਗਾਣਾ ਕੀਤਾ ਸੀ? ਹਾਂਜੀ, ਹੈ ਨਾ? ਹਾਂ। ਫਿਰ ਸੋਨਮ, ਮਤਲਬ ਯੂ ਨੋ ਐਵਰੀਥਿੰਗ ਵਾਟ ਆਈ ਹੈਵ ਡਨ, ਵਾਟ ਆਈ ਡੂ। ਆਈ ਟੋਲਡ ਯੂ ਆਈ ਹੈਵ ਡਨ ਮਾਈ ਰਿਸਰਚ। ਤੁਸੀਂ ਸਟਾਕ ਕੀਤਾ ਮੈਨੂੰ ਕਦੇ ਸੋਸ਼ਲ ਮੀਡੀਆ ਤੇ? ਮੇ ਬੀ ਰੋਜ਼ ਕਰਦਾ ਹਾਂ। ਮੇਰੀ ਬਹੁਤ ਫੇਵਰੇਟ ਫਿਲਮ ਆ ਮੁੱਕਾਬਾਜ਼, ਮੈਂ ਦੇਖੀ ਸੀ। ਮੈਂ ਤੁਹਾਨੂੰ ਟੈਗ ਵੀ ਕੀਤਾ, ਮੈਸੇਜ ਵੀ ਕੀਤਾ, ਬਟ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਐਂਡ ਆਈ ਫੈਲਟ ਵੈਰੀ ਇਗਨੋਰਡ। ਸੌਰੀ ਯਾਰ। ਓਕੇ, ਇੱਕ ਬਾਲੀਵੁੱਡ ਫਿਲਮ ਜਿਹਦਾ ਤੁਸੀਂ ਪੰਜਾਬੀ ਰੀਮੇਕ ਬਣਾਉਣਾ ਚਾਹੁੰਦੇ ਹੋ। ਪੰਜਾਬੀ ਫਿਲਮਾਂ ਦਾ ਰੀਮੇਕ ਬਣਨਾ ਚਾਹੀਦਾ ਹਿੰਦੀ ਫਿਲਮਾਂ 'ਚ। ਤੇ ਫਿਰ ਕਿਹੜੀ ਫਿਲਮ ਦਾ ਬਣਨਾ ਚਾਹੀਦਾ? ਮੇਲ ਕਰਾ ਦੇ ਰੱਬਾ। ਓਕੇ, ਜੱਟ ਐਂਡ ਜੂਲੀਅਟ ਦਾ ਤਾਂ ਸ਼ਾਇਦ ਬਣ ਰਿਹਾ ਹੈ। ਹੋਰ ਕਿੰਨੀਆਂ ਫਿਲਮਾਂ ਨੇ।
ਓਕੇ ਆਪਣੇ ਕੋ-ਸਟਾਰਸ ਨੂੰ ਉਹਨਾਂ ਦੇ ਟੈਲੈਂਟ ਦੇ ਬੇਸ ਤੇ 10 ਚੋਂ ਰੇਟ ਕਰਨਾ ਓਕੇ ਸਿਮੀ ਚਾਹਲ as an actress to rate her out of 10 to rate her 9 9 okay नीरू बाजवा 11 सरगुन मेहता he is also around nothing less than 10.5 okay सुरवीन चावला Suveen is also brilliant but 10 yeah ਇਹ ਬਹੁਤ ਡਿਪਲੋਮੈਟਿਕ ਆਨਸਰਸ ਆ ਨਹੀਂ ਉਹ ਮੈਂ ਤਾਂ ਪੁੱਟ ਖਾਣ ਨੂੰ ਤਿਆਰ ਹਾਂ ਓਕੇ ਕਿਹੜਾ ਬਾਲੀਵੁੱਡ ਐਕਟਰ ਜਿਹਨੂੰ ਤੁਹਾਨੂੰ ਲੱਗਦਾ ਕਿ ਪੰਜਾਬੀ ਫਿਲਮਾਂ 'ਚ ਬਹੁਤ ਸੂਟ ਕਰੂਗਾ ਇੱਥੇ ਡੈਬਿਊ ਕਰਨਾ ਚਾਹੀਦਾ ਰਣਬੀਰ ਕਪੂਰ ਓਕੇ ਜਿਮੀ ਨੂੰ ਔਨ ਸਕਰੀਨ ਕਿਹੜਾ ਕੈਰੈਕਟਰ ਪਰਫਾਰਮ ਕਰਨਾ ਪਸੰਦ ਹੈ ਬੈਡ ਬॉय ਔਰ ਚਾਕਲੇਟ ਬॉय ਚਾਕਲੇਟ ਬॉय ਓਹ ਓਕੇ one word for these people ਦਿਲਜੀਤ ਦੋਸਾਂਝ amazing success story ਗੁਲਜ਼ਾਰ Sab is everything to me. I mean, that's where I started from. ਗਿੱਪੀ ਗਰੇਵਾਲ Another hard-working guy who's another amazing success story. ਓਕੇ ਸਰਗੁਨ ਮਹਿਤਾ Sargun is a fantastic actress. ਓਕੇ ਉਹਦੇ performances ਤੁਸੀਂ ਦੇਖੋਗੇ ਔਰ ਮਿਹਨਤੀ ਬਹੁਤ ਹੈ ਵੜ ਜਾਂਦੀ ਹੈ ਰੋਲ ਦੇ ਵਿੱਚ ਓਕੇ ਕਈ ਵਾਰੀ ਤਾਂ ਕੈਮਰੇ ਦੇ ਵਿੱਚ ਵੀ ਵੜਨ ਲੱਗਦੀ ਉਹਨੂੰ ਖਿੱਚ ਕੇ ਲੈ ਕੇ ਆਉਣਾ ਪੈਂਦਾ ਹੈ ਬਟ ਸ਼ੀ ਇਜ਼ ਲਾਈਕ ਦੈਟ ਦੇਰ ਇਜ਼ ਅ ਮੈਡਨੈਸ ਟੂ ਹਰ ਵਿਚ ਇਜ਼ ਅਮੇਜ਼ਿੰਗ ਵਿਚ ਕਮਸ ਆਊਟ ਇਨ ਹਰ ਪਰਫਾਰਮੈਂਸਿਸ ਓਕੇ ਸੰਜੇ ਦੱਤ ਸੰਜੂ ਬਾਬਾ ਵਿਲ ਆਲਵੇਜ਼ ਰਿਮਾਈਂਡ ਮੀ ਆਫ ਮੁੰਨਾ ਭਾਈ MBBS ਓਕੇ ਇੰਡਸਟਰੀ 'ਚ ਐਜ਼ ਆਊਟਸਾਈਡਰ ਹੋਣ ਦੇ 2 ਐਡਵਾਂਟੇजेस ਤੇ 2 ਡਿਸਐਡਵਾਂਟੇजेस ਦੱਸੋ ਆਊਟਸਾਈਡਰ ਹੋਣ ਦੇ ਅੱਜ ਦੀ ਡੇਟ ਦੇ ਵਿੱਚ ਤਾਂ ਸਾਰੇ ਐਡਵਾਂਟੇजेस ਹੀ ਹੈਗੇ ਨੇ ਓਕੇ 2 ਸਾਰੀ ਮੰਡੀਰ ਤੁਹਾਡੇ ਪਿੱਛੇ ਹੈ ਤੇ ਤੁਸੀਂ ਜੋ ਮਰਜ਼ੀ ਕਰੀ ਚੱਲੋ ਤੇ ਡਿਸਐਡਵਾਂਟੇजेस ਅੱਜ ਦੀ ਡੇਟ ਦੇ ਵਿੱਚ ਤਾਂ ਉਹੀ ਹੈ ਵੀ ਐਵਰੀਬਾਡੀ ਇਜ਼ ਅਗੇਂਸਟ ਯੂ ਰਾਈਟ ਨਾਓ ਬਿਕੋਜ਼ ਦੇ ਆਰ ਓਨਲੀ ਸੇਇੰਗ ਦੈਟ ਇਹ ਇੰਡਸਟਰੀ ਵਾਲਾ ਹੈ ਪੁੱਟ ਹਿਮ ਡਾਊਨ ਦੈਟਸ ਵਾਟਸ ਹੈਪਨਿੰਗ ਵਿਚ ਇਜ਼ ਰੀਅਲੀ ਸੈਡ ਇਟ ਸ਼ੁੱਡ ਨਾਟ ਬੀ ਲਾਈਕ ਦੈਟ ਜੇ ਤੁਹਾਨੂੰ ਇਸ ਟਾਈਮ 'ਚ ਡੈਬਿਊ ਕਰਨਾ ਹੁੰਦਾ ਤੇ ਇਹਨਾਂ 'ਚੋਂ ਕਿਹੜੀ ਐਕਟਰੈਸ ਨਾਲ ਡੈਬਿਊ ਕਰਨਾ ਚਾਹੁੰਦੇ ਆਪਸ਼ਨਸ ਦੇ ਰਹੀਆਂ ਸਾਰਾ ਅਲੀ ਖਾਨ ਕ੍ਰਿਤੀ ਸਾਨਨ ਜਾਨਵੀ ਕਪੂਰ ਆਲਿਆ ਭੱਟ ਅਨੰਨਿਆ ਪਾਂਡੇ ਆਲਿਆ ਓਕੇ ਫੋਲੋਇੰਗ ਆਰਟਿਸਟ ਦੀ ਇੱਕ ਕੁਆਲਿਟੀ ਦੱਸੋ ਗਿੱਪੀ ਗਰੇਵਾਲ I think Gippy is doing a great job as far as quality होगी ताही एक बंदा has got such a huge production happening with so many films happening I don't see any Punjabi actor or anybody being able to do that in 1 year to churn out so many films to be producing them directing them acting in them that means it's fantastic okay very well done Jimmy you win this amazing hamper which is very heavy ਇਹ ਐਕਚੁਅਲੀ ਹੈਂਪਰ ਤੁਹਾਨੂੰ ਮਿਲਣਾ ਚਾਹੀਦਾ ਜੀ ਮੇਰੇ ਵੱਲੋਂ ਇਹ ਤੁਹਾਡੇ ਲਈ ਹੈ ਕਿਉਂਕਿ ਕਮਾਲ ਦਾ ਪਰਫਾਰਮੈਂਸ ਤੁਸੀਂ ਆਪਣੇ ਜਿਹੜਾ ਡਾਂਸ ਕੀਤਾ ਉਹਦੇ ਵਿੱਚ ਵੀ ਤੇ God bless you and may you enjoy all these chocolates thank you so much ਅੱਛਾ ਜਿਮੀ while growing up ਕਿਹੜੇ ਬਾਲੀਵੁੱਡ ਦੇ ਐਕਟਰ ਨੂੰ ਤੁਸੀਂ ਦੇਖਦੇ ਹੁੰਦੇ ਸੀ ਜਾਂ ਉਹਨੂੰ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ ਯਾਰ ਵਾਓ ਵਾਟ ਅ ਪਰਫਾਰਮਰ ਜਾਂ ਵਾਟ ਅ ਐਕਟਰ ਕੀ ਐਂਡ ਜਦੋਂ ਇਵਨ ਸੋਚਿਆ ਵੀ ਕਿ ਚਲੋ ਹੁਣ ਐਕਟਿੰਗ ਕਰਦੇ ਆ ਤੇ ਕਿਹੜੇ ਐਕਟਰ ਨੂੰ ਯੂਜ਼ਡ ਟੂ ਲੁੱਕ ਅਪ ਟੂ ਹਿਮ ਸੰਜੇ ਦੱਤ ਐਂਡ ਸਨੀ ਦਿਓਲ ਆਈ ਥਿੰਕ ਇਹ 2 ਐਕਟਰ ਜਿਹੜੇ ਸੀਗੇ ਇਹਨਾਂ ਦਾ ਇੱਕ ਆਪਣਾ ਸਟਾਈਲ ਸੀਗਾ ਨਾਲੇ ਇਹ ਐਕਸ਼ਨ ਕਰਦੇ ਸੀ ਸਾਰਾ ਕੁਝ ਤੋਂ ਵਧੀਆ ਲੱਗਦੇ ਸੀ ਸੋ ਹਮੇਸ਼ਾ ਇਹਨਾਂ ਨੂੰ ਦੇਖ ਕੇ ਵਧੀਆ ਲੱਗਦਾ ਸੀਗਾ ਅਪਰੀਸ਼ੀਏਟ ਕਰਦੇ ਸੀ ਤੇ ਹੁਣ ਜਦੋਂ ਇੰਨਾ ਕੰਮ ਕਰ ਲਿਆ ਕਦੇ ਇਹਨਾਂ ਨੂੰ ਦੱਸਿਆ ਜਦੋਂ ਮੁਲਾਕਾਤ ਹੋਈ ਜਿਹੜਾ ਈਵਨ ਵੈਨ ਆਈ ਵਾਜ਼ਨਟ ਐਨ ਐਕਟਰ ਤੇ ਤੁਹਾਡਾ ਕੰਮ ਤੁਹਾਡਾ ਸਟਾਈਲ ਮੈਨੂੰ ਬਹੁਤ ਵਧੀਆ ਲੱਗਦਾ ਸੀ ਕਦੇ ਉਹਨਾਂ ਨੂੰ ਦੱਸਿਆ ਹਾਂਜੀ ਸਰ ਬਿਲਕੁਲ ਐਬਸੋਲੂਟਲੀ ਬਾਬਾ ਨਾਲ ਸੰਜੂ ਬਾਬਾ ਨਾਲ ਤਾਂ ਬਹੁਤ ਫਿਲਮਾਂ ਕੀਤੀਆਂ ਨੇ ਮੈਂ ਜੀ ਸੋ ਉਹਨਾਂ ਨੂੰ ਤਾਂ ਡੈਫੀਨਿਟਲੀ ਦੱਸਿਆ ਹੋਇਆ ਤੇ ਜਿਵੇਂ ਤੁਹਾਡਾ ਲਾਈਫ ਦਾ ਪਹਿਲਾ ਆਡੀਸ਼ਨ ਯਾਦ ਆ ਕਦੋਂ ਦਿੱਤਾ ਕਿਹਦੇ ਲਈ ਦਿੱਤਾ ਆਡੀਸ਼ਨ ਮੈਂ ਬਾਲੇ ਦਿੱਤੇ ਨਹੀਂ ਹੈਗੇ ਨੇ ਜੀ ਮੈਂ ਨਾ ਆਪਣੀ ਲਾਈਫ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਆਡੀਸ਼ਨਸ ਦਿੱਤੇ ਨਹੀਂ ਹੈਗੇ ਨੇ ਪਰ ਇੱਕ ਮੈਨੂੰ ਗੱਲ ਹਮੇਸ਼ਾ ਯਾਦ ਰਹੂਗੀ ਜਦੋਂ ਮੁਹੱਬਤੇ ਦੀ ਕਾਸਟਿੰਗ ਹੋ ਰਹੀ ਸੀ ਉਦੋਂ ਮੈਨੂੰ ਬੁਲਾਇਆ ਗਿਆ ਸੀਗਾ ਮੈਂ ਯਸ਼ਰਾਜ ਦੇ ਆਫਿਸ ਗਿਆ ਸੀ ਤੇ ਕਈ ਬਹੁਤ ਜਾਨੀ ਲੁੱਕ ਟੈਸਟ ਹੋਏ ਮੇਰੇ ਇਸ ਹਿਸਾਬ ਨਾਲ ਉਹ ਸਾਰਾ ਕੁਛ ਐਂਡ ਆਲ ਦੈਟ ਵਟਐਵਰ ਸੋ ਕਦੇ ਮੈਨੂੰ ਲੱਗ ਰਿਹਾ ਸੀ ਇਹ ਆਡੀਸ਼ਨ ਹੋ ਰਹੀ ਹੈ ਮੇਰੀ ਇਹ ਮੁੱਕੇ ਨਹੀਂ ਰਹੀ ਰੋਜ਼ ਮੈਨੂੰ ਬੁਲਾ ਲੈਂਦੇ ਨੇ ਸਾਰਾ ਕੁਛ ਹੈ ਇਹ ਹੈ ਉਹ ਹੈ ਬਾਅਦ 'ਚ ਮੈਨੂੰ ਆਦਿਤਿਆ ਚੋਪੜਾ ਨੇ ਦੱਸਿਆ ਸੀਗਾ ਵੀ ਅਸੀਂ
ਆਲਰੇਡੀ ਡਿਸਾਈਡ ਕਰ ਲਿਆ ਸੀਗਾ ਵੀ ਅਸੀਂ ਤੈਨੂੰ ਕਾਸਟ ਕਰ ਰਹੇ ਹਾਂ ਇਸ ਫਿਲਮ ਦੇ ਵਿੱਚ। ਸੋ ਉਦੋਂ ਬੜਾ ਵਧੀਆ ਲੱਗਿਆ ਸੀ, ਕਿਉਂਕਿ ਪਹਿਲਾਂ ਤਾਂ ਮੈਨੂੰ ਐਂ ਲੱਗੀ ਜਾਂਦਾ ਸੀਗਾ ਵੀ ਇਹ ਯਾਰ ਹਫਤਾ ਹੋ ਗਿਆ, 2 ਹਫ਼ਤੇ ਹੋ ਗਏ ਮੇਰੇ ਆਡੀਸ਼ਨ ਹੀ ਕਰੀ ਜਾਂਦੇ ਨੇ, ਅਤੇ ਪਤਾ ਨਹੀਂ ਐਂਡ 'ਚ ਕੀ ਹੋਊਗਾ, ਮੈਨੂੰ ਫਾਈਨਲਾਈਜ਼ ਕਰਨਗੇ ਵੀ ਕਿ ਨਹੀਂ ਕਰਨਗੇ ਸਾਰਾ ਕੁਝ। ਜਦੋਂ ਫਾਈਨਲਾਈਜ਼ ਹੋ ਗਏ ਹੈ ਨਾ, ਸੋ ਆਈ ਥਿੰਕ ਇਟਸ ਅ ਡਰੀਮ ਫॉर ਐਨੀ ਨਿਊ ਕਮਰ ਕਿ ਉਹਦਾ ਲਾਂਚ ਜਿਹੜਾ ਹੈ ਉਹ ਯਸ਼ ਰਾਜ 'ਚ ਹੋਵੇ। ਐਂਡ ਸਟਾਰ ਕਾਸਟ ਵੀ ਸ਼ਾਹਰੁਖ ਖਾਨ ਐਂਡ ਅਮਿਤਾਭ ਬੱਚਨ ਯੂਜ਼ ਟੂ ਰੀਅਲੀ ਐਡਮਾਇਰ। ਅਤੇ ਘਰ ਜਦੋਂ ਸਾਈਨ ਕੀਤਾ ਉਦੋਂ ਦੱਸਿਆ ਜਾਂ ਜਦੋਂ ਮਤਲਬ ਆਡੀਸ਼ਨਸ ਚੱਲ ਰਹੇ ਸੀ? ਘਰਦਿਆਂ ਨੂੰ ਦੱਸਤਾ ਸੀਗਾ ਜੀ, ਉਹ ਤਾਂ ਮੈਂ ਦਿੱਲੀ ਆਇਆ ਹੋਇਆ ਸੀ ਉਦੋਂ ਕੁਛ ਚਿਰ ਲਈ, ਅਤੇ ਜਦੋਂ ਮੈਨੂੰ ਕਾਲ ਆਈ ਸੀ ਉੱਥੋਂ ਵੀ ਵੇਅਰ ਆਰ ਯੂ, ਕਮ ਟੂ ਬੰਬੇ, ਵੀ ਨੀਡ ਟੂ ਮੀਟ ਯੂ, ਦਿਸ ਇਜ਼ ਰਿਗਾਰਡਿੰਗ ਮੁਹੱਬਤੇ। ਮਦਰ ਬਹੁਤ ਪੋਜ਼ੀਟਿਵ ਸੀਗੇ, ਮਦਰ ਹਮੇਸ਼ਾ ਵਿਚਾਰੇ ਇਹੀ ਕਹਿੰਦੇ ਹੁੰਦੇ ਸੀਗੇ ਵੀ ਫਿਕਰ ਨਾ ਕਰ, ਸਭ ਵਧੀਆ ਹੋਊਗਾ। ਦੈਨ ਫਾਈਨਲੀ ਦੈਟਸ ਹਾਊ ਮੁਹੱਬਤੇ ਹੈਪਨਡ। ਤੇ ਸਟਮਕ 'ਚ ਬਟਰਫਲਾਈ ਸੀਗਾ ਕਿ ਓ ਮਾਈ ਗॉड, ਜਿਨ੍ਹਾਂ ਨੂੰ ਐਡਮਾਇਰ ਕੀਤਾ, ਜਿਨ੍ਹਾਂ ਨੂੰ ਪਸੰਦ ਕਰਦੇ ਆ, ਉਹਨਾਂ ਦੇ ਨਾਲ ਅੱਜ ਕੰਮ ਕਰ ਰਹੇ? ਨਹੀਂ, ਉਦੋਂ ਤਾਂ ਬਹੁਤ ਨਰਵਸਨੈਸ ਹੁੰਦੀ ਸੀਗੀ ਜੀ। ਉਦੋਂ ਤਾਂ ਐਂ ਹੁੰਦਾ ਸੀਗਾ ਵੀ ਪਤਾ ਨਹੀਂ ਹੁਣ ਸਾਨੂੰ ਕਾਸਟ ਕਰ ਲਿੱਤਾ ਗਿਆ ਹੈ ਯਸ਼ ਰਾਜ ਫਿਲਮ ਦੇ ਵਿੱਚ, ਵਿਲ ਵੀ ਬੀ ਏਬਲ ਟੂ ਲਿਵ ਅਪ ਟੂ ਪੀਪਲਸ ਐਕਸਪੈਕਟੇਸ਼ਨਸ। ਕਿਤੇ ਐਂ ਨਾ ਹੋਏ ਯਾਰ ਕਿ ਲੋਕੀ ਕਹਿਣ ਵੀ ਇਹਨਾਂ ਨੂੰ ਕਿਉਂ ਲੈ ਲਿਆ, ਆਹ ਕੀ ਹੋ ਗਿਆ ਐਂਡ ਆਲ ਦੈਟ ਵਟਐਵਰ। ਅੱਛਾ। ਸੋ ਉਹ ਇੱਕ ਡਿਫਰੈਂਟ ਟਾਈਪ ਦੀ ਨਰਵਸਨੈਸ ਜਿਹੜੀ ਹੈਗੀ ਹੈ ਉਹ ਹਮੇਸ਼ਾ ਰਹਿੰਦੀ ਸੀਗੀ, ਹਰ ਸੀਨ ਦੇ ਵਿੱਚ ਰਹਿੰਦੀ ਸੀਗੀ। ਅੱਛਾ। ਸਿਰ ਮੈਂ ਸੁਣਿਆ ਕਿ ਗੁਲਜ਼ਾਰ ਸਾਹਿਬ ਚਾਕਲੇਟਸ ਜਾਂ ਕੈਂਡੀਜ਼ ਕੁਝ ਦਿੰਦੇ ਹੁੰਦੇ ਸੀਗੇ, ਟੌਫੀਆਂ ਦਿੰਦੇ ਹੁੰਦੇ ਸੀ ਜਦੋਂ ਵੀ ਸੀਨ ਵਧੀਆ ਹੁੰਦਾ। ਹਾਊ ਟਰੂ ਇਜ਼ ਦੈਟ? ਮੈਨੂੰ ਪਤਾ ਨਹੀਂ ਹੈ, ਪਰ ਉਦੋਂ ਤਾਂ ਡੈਫੀਨਿਟਲੀ ਮਾਚਿਸ ਵੇਲੇ ਇਹ ਹੁੰਦਾ ਸੀ ਵੀ ਜੇ ਤੁਸੀਂ ਕੋਈ ਸ਼ਾਟ ਦਿੱਤਾ, ਬਹੁਤ ਵਧੀਆ ਸ਼ਾਟ ਦਿੱਤਾ ਹੈ, ਸੋ ਉਹ 2 ਟੌਫੀਆਂ ਲਿਆ ਕੇ ਤੁਹਾਨੂੰ ਦਿੰਦੇ ਸੀ। ਉਦੋਂ ਤੁਹਾਨੂੰ ਪਤਾ ਲੱਗ ਜਾਂਦਾ ਸੀਗਾ ਵੀ ਸ਼ਾਟ ਵਧੀਆ ਹੋਇਆ ਹੈ। ਅੱਛਾ। ਇੱਕ ਦੇ ਦਿੰਦੇ ਹੁੰਦੇ ਸੀ ਕਈ ਵਾਰੀ, ਅਤੇ ਇਹਦਾ ਮਤਲਬ ਹੈ ਠੀਕ ਠਾਕ ਹੀ ਹੋਇਆ। ਇਹ ਸਾਡੀ ਅਜ਼ੰਪਸ਼ਨ ਸੀ ਕਿ ਮੈਨੂੰ ਨਹੀਂ ਪਤਾ ਵੀ ਜੈਨੂਇਨਲੀ ਉਹਨਾਂ ਦਾ ਕੀ ਸੀਗਾ। ਮੇ ਬੀ ਉਹਨਾਂ ਕੋਲ ਇੱਕੋ ਹੀ ਟੌਫੀ ਹੋਏ, ਸੀਨ ਬਹੁਤ ਵਧੀਆ ਹੋਇਆ ਸਾਰਾ। ਕਿੰਨੀਆਂ ਕੁ ਟੌਫੀਆਂ ਮਿਲੀਆਂ ਫਿਰ ਤੁਹਾਨੂੰ ਮਾਚਿਸ ਵੇਲੇ? ਟੌਫੀਆਂ ਮੈਨੂੰ ਬਹੁਤ ਜ਼ਿਆਦਾ ਤਾਂ ਨਹੀਂ ਮਿਲੀਆਂ ਸੀਗੀਆਂ ਜੀ, ਮੇਰੇ ਇੰਨੇ ਸੀਨ ਵੀ ਨਹੀਂ ਸੀਗੇ, ਪਰ ਇੱਕ ਸੀਨ ਸੀਗਾ ਜਿਹੜਾ ਸਾਹਮਣੇ ਮੇਰੇ ਚੰਦਰਚੂੜ ਖੜਾ ਸੀ, ਓਵਰ ਹਿਜ਼ ਸ਼ੋਲਡਰ ਦਾ ਸ਼ਾਟ ਚੱਲ ਰਿਹਾ ਸੀਗਾ, ਮੇਰਾ ਪਹਿਲਾ ਸ਼ਾਟ, ਐਂਡ ਕਿਊਜ਼ ਚੰਦਰਚੂੜ ਮੈਨੂੰ ਦੇ ਰਿਹਾ ਸੀਗਾ। ਹੀ ਟੋਲਡ ਮੀ ਲੇਟਰ ਔਨ ਦੈਟ ਆਈ ਸੌ ਗੁਲਜ਼ਾਰ ਸਾਹਿਬ ਟੈਲਿੰਗ ਮੰਜੀ ਜਸਟ ਕੀਪ ਰੋਲਿੰਗ, ਇਟਸ ਕਮਿੰਗ, ਲੈਟ ਇਟ ਜਸਟ ਕੀਪ ਕਮਿੰਗ। ਸੋ ਉਸ ਟਾਈਪ ਦਾ, ਐਂਡ ਦੈਟ ਇਜ਼ ਵੇਅਰ ਆਈ ਫੈਲਟ ਰੀਅਲੀ kind of emotional, for somebody like a Gulzar Saab to say ki just keep rolling, I'm getting what I want and all that, whatever, and he didn't take a retake after that. Okay ਜਿਮੀ, ਹੁਣ ਅਸੀਂ ਖੇਡਾਂਗੇ ਸਾਡਾ ਲਾਸਟ ਐਂਡ ਫਾਈਨਲ ਰਾਊਂਡ, ਔਰ ਰਾਊਂਡ ਦਾ ਨਾਂ ਹੈ ਆ ਤੈਨੂੰ ਫਸਾਵਾਂ। ਸੋ ਉਹ ਗੇਮ ਆਪਾਂ ਦੋਨੇ ਨਾਲ ਖੇਡਾਂਗੇ। ਲੈਟਸ ਸਟਾਰਟ ਆ ਤੈਨੂੰ ਫਸਾਵਾਂ। ਸੋ ਆ ਦੋਨੇ ਸਾਈਡ ਬੋਲਸ ਦੇ ਵਿੱਚ ਕੁਝ ਚਿਟਸ ਨੇ, ਉਹਦੇ ਤੇ ਮੁਹਾਵਰੇ ਲਿਖੇ ਹੋਏ ਆ, ਤੇ ਜਦੋਂ ਤੁਸੀਂ ਚਿੱਟ ਤੇ ਮੁਹਾਵਰਾ ਪੜੋਗੇ ਯੂ ਹੈਵ ਟੂ ਡਰਾ ਦੈਟ, ਔਰ ਮੈਂ ਗੈਸ ਕਰੂੰਗੀ ਐਂਡ ਵਾਈਸ ਵਰਸਾ। ਓਕੇ? एक से भले 2, 2 से भले 3, आंसू, हंजू, बूंद बूंद से सागर। वाह, ओके, थैंक यू। ਨੱਕ 'ਚ ਕੀੜਾ। ਮੂੰਹ ਤੇ ਮੱਖੀ ਬਹਿ ਗਈ, ਖਾਦੀ ਪੀਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ। ਮੱਖੀ ਬੈਠੀ ਨਹੀਂ, ਬੈਠਣ ਨਹੀਂ ਦਿੱਤੀ ਹੈ। हाँ, ਨੱਕ ਤੇ ਮੱਖੀ ਬੈਠਣ ਨਹੀਂ ਦਿੱਤੀ। हाँ राइट, गिव इट टू हिम यार, नक ते मक्खी नहीं बैठ देना। जैसे 36 फिरते हैं मेरे वर्गी और न होनी वे, वर्गी और न होनी, वर्गी और न होनी। तू मुंडा बिल्कुल देसी है, मैं कतरी ना तो सोनी वे। गुस्सा आ रहा।
ਬੰਦੇ ਦਾ ਨੱਕ ਵਗਦਾ ਇਹਨੂੰ ਦੇਖ ਕੇ ਲੁੱਕ ਐਟ ਦ ਡਰਾਇੰਗ, ਇਹਨੂੰ ਦੇਖ ਕੇ ਆਈ ਲੱਗਦਾ ਬੰਦੇ ਦਾ ਨੱਕ ਵਗਦਾ ਹੈ। ਮੈਨੂੰ ਕਾਲਾ 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 ਕਾਲਾ, ਉਹ ਮੈਨੂੰ ਕਾਲਾ ਨੱਕ। ਚਸ਼ਮਾ ਜੱਜਦਾ ਏ ਜੱਜਦਾ ਏ ਗੋਰਾ ਨੱਕ 'ਚ ਨੱਕ 'ਚ ਦਮ ਕੀਤਾ ਗੋਰੇ ਮੁਖੜੇ ਤੇ ਜੱਜਦਾ ਏ ਗੋਰੇ ਸੀ। ਮੈਂ ਬਹੁਤ ਜਲਦੀ ਗੈਸ ਕੀਤਾ ਜਿਮੀ, ਯੂ ਟੂ ਦਿਸ ਇਜ਼ Thank ਮਾਈ you. ਲਾਸਟ। ਉਹ ਮੈਨੂੰ ਅੱਖਾਂ, ਮੈਨੂੰ ਕਾਲਾ ਅੱਖਾਂ ਦਾ ਤਾਰਾ। ਯਾ ਏ ਕਾਲਾ ਚਸ਼ਮਾ, ਉਹ ਕਾਲਾ 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 ਕਾਲਾ। ਡੰਬਲ, ਬੋਨ, ਬੋਨ, ਲੱਡੂ, ਲੱਡੂ ਚ, ਲੱਡੂ ਚ ਦਿਸ ਇਜ਼ ਚੀਟਿੰਗ। ਮੈਂ ਕੀ ਕਰਾਂ ਯਾਰ, ਤੈਨੂੰ ਦੱਸਿਆ ਜੇ ਹੱਡੀ ਕਿਸੇ ਤਾਂ ਹੋਰ ਮੁਰਗੀ ਚੀਜ਼, ਬਣਾਓ ਨਾ, ਕਬਾਬ। ਮੁਰਗੀ ਕਿਵੇਂ ਕਬਾਬ ਹੁੰਦੀ ਹੈ? ਹਾਥੀ, I do. ਹਾਥੀ ਦਾ ਦੰਦ। ਹਾਥੀ ਦੇ ਦੰਦ ਦੇਖਣ 'ਚ ਕੁਝ ਹੋਰ ਤੇ ਖਾਣ ਲਈ ਕੁਝ ਹੋਰ। Yes. हुई आंखों आंखों में जो बातें मिली है जो अब ये मुलाकातें, कोई जादू होने को है, होना है जो होना है रहेगा होके ही होता है, जो मिल जाता है कोई होगा ये जाना मैंने मिलके तो Bathroom. tonight, I'm feeling it tonight, bang bang, बात कर तू मेरे साथ Little finger. चला है जादू जाने क्यों, उंगली, उंगली, हाँ करेक्ट है। उस बाद चला है जादू जाने क्यों, bang bang उंगली ते, bang 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 bang, जाने क्यों, bang bang स्कर्ट, bang bang, जाने क्यों, पैर, उंगली ते नचाना। It's not easy. bang 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 bang, जाने क्यों, bang bang. Ajiza, Very well done, Jimmy. You win a hamper again. no, I think you won it, yeah. No, you gave me the last one. वो मैं ले जाऊंगी. Sorry. So indirectly So this you is won it. for you. Okay. And thank you so much for coming on the show. Thank you, Ji. I had a great time talking to you. Thank you, ਤੁਸੀਂ ਸਾਡੇ ਨਾਲ ਦਿਲ ਦੀਆਂ ਗੱਲਾਂ ਕੀਤੀਆਂ, ਸਾਨੂੰ ਟਾਈਮ ਦਿੱਤਾ। ਬਟ ਜਾਣ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਤੁਸੀਂ ਆਪਣੇ ਫੋਟੋਗ੍ਰਾਫ ਤੇ ਇੱਕ ਸਿਗਨੇਚਰ ਕਰਕੇ ਜਾਓ for us as a memory. ਦਿਲ ਦੀਆਂ ਗੱਲਾਂ ਦਿਲ 'ਚ ਰਜਾਣੀਆਂ, ਦਿਲ ਤੋਂ ਜ਼ੁਬਾਨ ਤੱਕ ਲੈ ਆਵਾਂਗੇ। ਦਿਲ ਦੀਆਂ ਗੱਲਾਂ ਦਿਲ 'ਚ ਰਜਾਣੀਆਂ, ਦਿਲ ਤੋਂ ਜ਼ੁਬਾਨ ਤੱਕ ਲੈ ਆਵਾਂਗੇ। ਦਿਲ ਦੀਆਂ ਗੱਲਾਂ ਇਹ ਸੀ ਜਿਮੀ ਸ਼ੇਰਗਿੱਲ ਜੀ ਤੇ ਉਹਨਾਂ ਦੇ ਦਿਲ ਦੀਆਂ ਗੱਲਾਂ। ਅਗਲੇ ਐਪੀਸੋਡ 'ਚ ਕਿਸੇ ਹੋਰ ਆਰਟਿਸਟ ਦੇ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਵਾਂਗੇ। ਤਦ ਤੱਕ ਟੇਕ ਕੇਅਰ ਐਂਡ ਕੀਪ ਵਾਚਿੰਗ ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ। ਦਿਲ ਦੀਆਂ ਗੱਲਾਂ, Single or committed? ਦਿਲ ਦੀਆਂ ਗੱਲਾਂ ਦਿਲ ਤੋਂ ਜ਼ੁਬਾਨ ਲੱਸੀ ਪੀ ਲਓ। This is so mean. ਚਲੋ ਇੱਕ ਕੰਮ ਕਰੋ ਫਿਰ, ਹਾਂਜੀ। ਤੁਸੀਂ ਜਾਂ ਲੱਸੀ ਪੀ ਲਓ ਹਾਂ ਜਾਂ ਦੱਸ ਦਿਓ ਹਾਂ ਜਾਂ ਫਿਰ ਡਾਂਸ ਕਰਕੇ ਡਾਂਸ ਕਰ ਦੋ ਕੱਲੀ। माँ कसम बाबा